ਹੈਲੋ ਫਰੈਂਡਸ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਅਮਨ ਬਾਂਸਲ ਤੁਹਾਡਾ ਸਵਾਗਤ ਕਰਦਾ ਹਾਂ ਅਭੀਪੀਡੀਆ ਦੇ ਪੰਜਾਬ ਪਲੇਟਫਾਰਮ ਤੇ, ਜਿੱਥੇ ਆਪਾਂ ਅੱਜ ਕੰਪਿਊਟਰ ਦੇ ਰਿਗਾਰਡਿੰਗ ਡਿਸਕਸ਼ਨ ਕਰਾਂਗੇ। ਜਿਵੇਂ ਕਿ ਤੁਸੀਂ ਪਹਿਲੀ ਕਲਾਸ ਦੇਖੀ, ਜਿਹਦੇ ਵਿੱਚ ਆਪਾਂ ਕੁਝ ਕੁਐਸਚਨਸ ਵੀ ਡਿਸਕਸ ਕੀਤੇ ਟੌਪਿਕ ਦੇ ਰਿਗਾਰਡਿੰਗ, ਤੇ ਉੱਪਰ ਜਿਵੇਂ ਹੈਡਿੰਗ ਲਿਖਿਆ ਹੋਇਆ ਕੰਪਿਊਟਰ ਐਪਲੀਕੇਸ਼ਨ ਐਗਜ਼ਾਮ ਓਰੀਐਂਟਡ ਸਟੱਡੀ। ਐਗਜ਼ਾਮ ਓਰੀਐਂਟਡ ਸਟੱਡੀ ਮੀਨਸ ਤੁਸੀਂ ਸਾਰੇ ਇਸ ਓਰੀਐਂਟੇਸ਼ਨ ਨੂੰ ਸਮਝਦੇ ਹੋ। ਪਹਿਲੀ ਕਲਾਸ ਤੋਂ ਲੈ ਕੇ ਕੁਝ ਬੱਚੇ ਨਵੇਂ ਵੀ ਜੁੜੇ ਹੋਣਗੇ। ਓਰੀਐਂਟੇਸ਼ਨ ਦਾ ਮਤਲਬ ਕਿ ਜੋ ਕੁਐਸਚਨ ਆਪਾਂ ਨੂੰ ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਆ, ਜੋ ਨਾਲ ਇਹ ਵੀ ਧਿਆਨ ਆਪਾਂ ਦੇਖਣਾ ਹੁੰਦਾ ਕਿਹੜੀ ਆਪਸ਼ਨ ਆਪਾਂ ਨੂੰ ਦੇਖੀ ਗਈ ਹੈ ਪਿਛਲੇ ਸਵਾਲਾਂ ਦੇ ਵਿੱਚ, ਤੇ ਇਸ ਵਾਰ ਕਿਹੜਾ ਰਿਪੀਟ ਹੋਇਆ। ਤੇ ਕੁਝ ਇਹਦੇ ਵਿੱਚ ਐਗਜ਼ਾਮ ਦੇ ਹਿਸਾਬ ਨਾਲ ਕੁਐਸਚਨ ਲਿਆਂਦੇ ਗਏ ਹੈ, ਤੇ ਜਿਹਦੇ ਵਿੱਚ ਬੱਚੇ ਆਮ ਤੌਰ ਤੇ ਗਲਤੀ ਕਰ ਦਿੰਦੇ ਆ, ਉਹ ਆਪਾਂ ਗਲਤੀ ਇਹਦੇ ਵਿੱਚ ਨਹੀਂ ਕਰਨੀ। ਤੇ ਜਿੰਨੇ ਵੀ ਟੌਪਿਕਸ ਹੋਣਗੇ ਆਪਾਂ ਉਸ ਟੌਪਿਕਸ ਨੂੰ ਸਟੈਪ ਬਾਏ ਸਟੈਪ ਇੱਥੇ ਕਲੀਅਰ ਕਰਾਂਗੇ। ਤੇ ਜਿਵੇਂ ਕਿ ਪਹਿਲੀ ਕਲਾਸ ਦੇ ਵਿੱਚ ਤੁਹਾਨੂੰ ਦੱਸਿਆ ਗਿਆ ਸੀ ਕਿ ਜੋ ਵੀ ਟੌਪਿਕ ਤੁਹਾਨੂੰ ਸਮਝ ਆ ਗਿਆ ਉਹਦੇ ਬਾਰੇ ਵੀ ਤੁਸੀਂ ਰਿਵਿਊ ਦੇ ਸਕਦੇ ਹੋ। ਜੇ ਪਹਿਲਾਂ ਤੋਂ ਕੋਈ ਕੰਪਿਊਟਰ ਦਾ ਟੌਪਿਕ ਤੁਹਾਨੂੰ ਨਹੀਂ ਸਮਝ ਆਉਂਦਾ ਜਾਂ ਕੋਈ ਦਿੱਕਤ ਪਰੇਸ਼ਾਨੀ ਉਹਦੇ ਵਿੱਚ ਆ ਰਹੀ ਹੈ, ਤੁਸੀਂ ਕਮੈਂਟ ਕਰਕੇ ਵੀ ਦੱਸ ਸਕਦੇ ਹੋ YouTube ਪਲੇਟਫਾਰਮ ਤੇ, ਸੋ ਦੈਟ ਕਿ ਨੈਕਸਟ ਵਾਲੀ ਜਿਹੜੀ ਕਲਾਸ ਹੈ ਉਹ ਇਸ ਤਰੀਕੇ ਨਾਲ ਲਿਆਂਦੀ ਜਾਵੇ। ਕੁਝ ਬੱਚਿਆਂ ਦਾ ਰਿਪਲਾਈ ਆਇਆ ਸੀਗਾ, ਜਿਹਦੇ ਕਰਕੇ ਉਹ ਕਹਿੰਦੇ ਕਿ ਸਰ ਪੁਰਾਣੇ ਐਗਜ਼ਾਮਸ ਦੇ ਕੁਝ ਕੁਐਸਚਨ ਜਿਹੜੇ ਹੈਗੇ ਆ ਉਹ ਡਿਸਕਸ ਕਰ ਲੈਣਾ ਜੀ। ਤਾਂ ਉਸ ਤਰੀਕੇ ਨਾਲ ਉਹ ਕਹਿੰਦੇ ਕਿ ਸਾਡੀ ਜ਼ਿਆਦਾ ਪ੍ਰੈਕਟਿਸ ਹੋ ਜਾਂਦੀ ਹੈ ਤੇ ਸਾਨੂੰ ਐਗਜ਼ਾਮੀਨੇਸ਼ਨ ਦੀ ਜਿਹੜੀ ਸ਼ਬਦਾਵਲੀ ਹੈ, ਵਰਡਿੰਗ ਹੈ, ਉਹ ਵੀ ਕਲੀਅਰ ਹੋ ਜਾਂਦੀ ਹੈ ਕਿ ਕਿਸ ਤਰੀਕੇ ਦੇ ਜਿਹੜੇ ਵਰਡ ਸੀਗੇ ਉਹ ਉਹਨਾਂ ਨੇ ਕਲਿੱਕ ਕੀਤੇ ਐਗਜ਼ਾਮ ਦੇ ਅੰਦਰ। ਕਲੀਅਰ ਹੈ ਜੀ ਇਹ ਵਾਲੀ ਗੱਲ। ਉਸ ਤੋਂ ਬਾਅਦ ਅਭੀਪੀਡੀਆ ਜੋ ਕਿ ਇੰਪਾਵਰਡ ਬਾਏ ਹੈ ਅਭਿਮਨਿਊ IAS ਦੇ ਥਰੂ, ਤੇ ਪੰਜਾਬ ਗਵਰਨਮੈਂਟ ਐਗਜ਼ਾਮ ਲਈ ਤੁਹਾਡੇ ਲਈ ਸੌਰ ਨਾਲ ਵਧੀਆ ਆਫਰ ਕੀ ਹੈ ਕਿ ਨੈਬ ਤਹਿਸੀਲਦਾਰ, ਫੂਡ ਇੰਸਪੈਕਟਰ, ਕਾਰਪੋਰੇਟਰ ਇੰਸਪੈਕਟਰ, ਪੰਜਾਬ ਪਟਵਾਰੀ, ਪੰਜਾਬ ਪੁਲਿਸ ਕਾਂਸਟੇਬਲ, ਪੁਲਿਸ SI, ਐਕਸਾਈਜ਼ ਟੈਕਸੇਸ਼ਨ ਇੰਸਪੈਕਟਰ, ਜਿੰਨੇ ਵੀ ਐਗਜ਼ਾਮਸ ਇੱਥੇ ਲਿਖੇ ਹੋਏ ਨੇ ਅਪ ਟੂ ਫੁੱਲ ਸਟਾਪ, ਜਿੰਨੇ ਵੀ ਐਗਜ਼ਾਮ ਨੇ ਉਹ ਸਾਰਿਆਂ ਦੇ ਲਈ ਇੱਕੋ ਹੀ ਕੋਰਸ ਤੁਹਾਡੇ ਲਈ ਦਿੱਤਾ ਗਿਆ, ਜਿਹਦੇ ਉੱਤੇ 30% ਦਾ ਮੈਗਾ ਆਫਰ ਹੈ ਤੇ 17,500 ਵਾਸਤੇ। ਤੇ ਜਿਹੜੀ ਇਹ ਵੈਲਿਡਿਟੀ ਹੈ ਇਹ 1 ਸਾਲ ਵਾਸਤੇ ਹੈ, ਤੇ ਇਹਦੇ ਵਿੱਚ ਸਾਰੇ ਦੇ ਸਾਰੇ ਸੋਲਿਊਸ਼ਨ, ਵੀਡੀਓ, ਟੈਸਟ, ਪ੍ਰੈਕਟਿਸ ਸੈਸ਼ਨ, ਸਾਰਾ ਕੁਝ ਤੁਹਾਨੂੰ ਮਿਲੂਗਾ। ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਵੀ ਇਸ ਦੇ ਬਾਰੇ ਇਨਫੋਰਮੇਸ਼ਨ ਚੈੱਕ ਕਰ ਸਕਦੇ ਆ। ਕੋਈ ਵੀ ਗੱਲ ਉੱਥੋਂ ਨਹੀਂ ਸਮਝ ਆਈ ਤਾਂ ਤੁਸੀਂ ਸਾਨੂੰ ਦੁਬਾਰਾ ਇਸ ਦੇ ਉੱਪਰ ਰਿਪਲਾਈ ਕਰ ਸਕਦੇ ਹੋ। ਸਾਰੇ ਕੋਰਸਾਂ ਵਾਸਤੇ 1 ਸਾਲ ਦੇ ਉੱਪਰ ਵੈਲਿਡਿਟੀ ਹੈ। ਕੋਈ ਵੀ ਕੋਰਸ ਤੁਸੀਂ ਇਹਦੇ ਵਿੱਚੋਂ ਚੂਜ਼ ਕਰ ਸਕਦੇ ਹੋ, ਸਾਰੇ ਵੀ ਪੜ੍ਹ ਸਕਦੇ ਹੋ, ਤਾਂ ਵੀ ਕੋਈ ਦਿੱਕਤ ਨਹੀਂ। ਜਿਹਨੇ 2 ਪੜ੍ਹਨਾ 2 ਪੜ੍ਹ ਲਓ, 4 ਪੜ੍ਹਨਾ 4 ਪੜ੍ਹ ਲਓ, ਬਟ ਸਾਰਿਆਂ ਦੇ ਉੱਪਰ ਕੀ ਹੈ 30% ਆਫ ਹੈ। ਤੇ ਪੂਰਾ ਦਾ ਪੂਰਾ ਇੱਕ ਪੈਕ ਪੰਜਾਬ ਦੇ ਸਾਰੇ ਐਗਜ਼ਾਮ ਲਈ, ਆਲ ਪੰਜਾਬ ਗਵਰਨਮੈਂਟ ਐਗਜ਼ਾਮ ਦੀ ਜਿਹੜੀ ਫੀਸ ਆ ਉਹ 17,500 ਰੁਪਏ ਹੈ। ਹਾਂਜੀ, ਜਿਵੇਂ ਕਿ ਪੁਰਾਣੇ ਸੈਸ਼ਨ ਤੋਂ ਲੈ ਕੇ ਨਵੇਂ ਸੈਸ਼ਨ ਤੱਕ ਬੱਚਿਆਂ ਦੀ ਰਿਕੁਐਸਟ ਦੇ ਨਾਲ ਅੱਜ ਦਾ ਜਿਹੜਾ ਪਹਿਲਾ ਸਵਾਲ ਹੈ ਉਹ ਹੈਗਾ ਜੀ, ਵਿਚ ਆਫ ਦੀ ਫੋਲੋਇੰਗ ਇਜ਼ ਨਾਟ ਕੰਸੀਡਰਡ ਐਜ਼ ਹਾਰਡਵੇਅਰ। ਤੁਸੀਂ ਨਾਲ ਇਹ ਪੁਆਇੰਟ ਕੀ ਲਿਖਣਾ ਹੈ, ਜੋ ਬੱਚੇ ਨਵੇਂ ਜੁੜੇ ਨੇ, ਅੱਜ ਆਪਾਂ ਕੀ ਕਰ ਰਹੇ ਹਾਂ ਜੀ, ਸੈਲਫ ਅਸੈਸਮੈਂਟ ਕਰ ਰਹੇ ਹਾਂ ਜੀ। ਤੁਸੀਂ ਆਪਦੇ ਕੋਲ ਇੱਕ A4 ਸ਼ੀਟ ਲੈ ਲੈਣੀ ਹੈ, ਕਾਪੀ ਦਾ ਪੇਜ ਲੈ ਲੈਣਾ ਹੈ, ਉਹਦੇ ਉੱਪਰ 1 2 3 4 ਕਰਕੇ ਨੰਬਰਿੰਗ ਲਿਖ ਲੈਣੀ ਹੈ। ਨੰਬਰਿੰਗ ਦੇ ਉੱਪਰ ਤੁਸੀਂ ਦੇਖੋਗੇ ਕਿ ਕਿਹੜਾ ਕੁਐਸਚਨ ਮੈਨੂੰ ਆਇਆ ਤੇ ਕਿਹੜਾ ਗਲਤ ਹੋ ਗਿਆ ਆਪਸ਼ਨ ਦੇ ਹਿਸਾਬ ਨਾਲ, ਤੇ ਨਾਲ ਤੁਸੀਂ ਉਹਦੇ ਉੱਪਰ ਇਹ ਲਿਖੋਗੇ ਕਿ ਜੀ ਮੇਰਾ ਇਹ ਵਾਲਾ ਵੀਕ ਪੁਆਇੰਟ ਸੀ ਤੇ ਇਹ ਮੇਰਾ ਗਲਤ ਹੋ ਗਿਆ, ਜਾਂ ਇਹ ਤੇ ਮੈਂ ਥੋੜਾ ਜਿਹਾ ਤੁੱਕਾ ਮਾਰਿਆ ਸੀ। ਉਸ ਤਰੀਕੇ ਨਾਲ ਆਪਾਂ ਰਿਵੀਜ਼ਨ ਕਰਦੇ ਚੱਲਾਂਗੇ। ਤਾਂ ਪਹਿਲਾ ਪੁਆਇੰਟ ਕਿ ਐਗਜ਼ਾਮ ਦਾ ਕੁਐਸਚਨ ਹੈ, ਤੇ ਨਾਲ ਦੀ ਨਾਲ ਇਸ ਵਾਰ ਐਗਜ਼ਾਮ ਦੇ ਵਿੱਚ ਇਹ ਵੀ ਪੁੱਛਿਆ ਗਿਆ ਕਿ ਨੋਟ ਵਾਲੇ ਸਵਾਲ ਜ਼ਿਆਦਾ ਆਏ ਨੇ। ਨੋਟ ਵਾਲੇ ਜਵਾਬਾਂ ਦਾ ਮਤਲਬ ਕਿ ਕਈ ਵਾਰ ਆਪਾਂ ਜਲਦਬਾਜ਼ੀ ਦੇ ਅੰਦਰ, ਪੰਜਾਬੀ ਵੈਸੇ ਹੀ ਥੋੜਾ ਜਿਹਾ ਜੋਸ਼ ਕਰਕੇ ਥੋੜਾ ਜਲਦਬਾਜ਼ੀ ਆਪਾਂ ਕਰ ਜਾਂਦੇ ਆ, ਜਿਹਦੇ ਵਿੱਚ ਆਪਾਂ ਸਟੇਟਮੈਂਟ ਨੂੰ ਧਿਆਨ ਨਾਲ ਨਹੀਂ ਪੜ੍ਹਦੇ। ਨੋਟ ਪੁੱਛਿਆ ਕਿ ਹਾਰਡਵੇਅਰ ਦਾ ਕਿਹੜਾ ਪਾਰਟ ਨਹੀਂ ਹੈਗਾ, ਜਿਵੇਂ CPU ਹੈ, ਸੈਂਟਰਲ ਪ੍ਰੋਸੈਸਿੰਗ ਯੂਨਿਟ ਹੈ, ਜਾਂ ਮੋਨੀਟਰ ਹੈ, ਜਾਂ ਹਾਰਡ ਡਿਸਕ ਹੈ। ਹੁਣ ਆਪਾਂ ਨੂੰ ਇਹ ਪੜ੍ਹਨ ਸਾਰ ਹੀ ਪਤਾ ਚੱਲ ਰਿਹਾ ਕਿ ਜਦੋਂ ਵੀ ਆਪਾਂ ਕੰਪਿਊਟਰ ਹਾਰਡਵੇਅਰ ਦੀ ਗੱਲ ਕਰਦੇ ਹਾਂ ਉਦੋਂ ਇਹ ਚੀਜ਼ਾਂ ਆਪਣੇ ਸਾਹਮਣੇ ਰਹਿੰਦੀਆਂ ਨੇ। ਜਿਹੜਾ ਬਾਇਓਸ ਹੈ, ਬੇਸਿਕ ਇਨਪੁਟ ਆਊਟਪੁੱਟ ਸਿਸਟਮ, ਇਹ ਵੀ ਤੁਸੀਂ ਨਾਲ ਲਿਖ ਸਕਦੇ ਹੋ, ਬੇਸਿਕ ਇਨਪੁਟ ਆਊਟਪੁੱਟ ਸਿਸਟਮ। ਠੀਕ ਹੈ ਜੀ। ਤਾਂ ਇਹ ਕਿ ਜਿਹੜਾ ਹੈਗਾ ਇਹ ਆਪਣਾ ਹਾਰਡਵੇਅਰ ਦਾ ਪਾਰਟ ਨਹੀਂ ਹੁੰਦਾ, ਇਹ ਇੱਕ ਫਰਮਵੇਅਰ ਦਾ ਪਾਰਟ ਹੁੰਦਾ ਹੈ। ਇਹ PSSB ਕਲਰਕ ਦਾ ਜਿਹੜਾ ਸਵਾਲ ਸੀ ਪੁੱਛਿਆ ਗਿਆ ਸੀ, ਜਿਹੜਾ ਪਿਛਲੇ ਸਾਲ ਐਗਜ਼ਾਮ ਹੋਇਆ ਸੀਗਾ। ਪਹਿਲਾ ਸਵਾਲ ਜਿਨ੍ਹਾਂ ਦਾ ਸਹੀ ਹੈ ਉਹ ਸਹੀ ਲਿਖ ਲਓ, ਜਿਨ੍ਹਾਂ ਦਾ ਗਲਤ ਹੈ ਉਹ ਗਲਤ ਲਿਖ ਲਓ। ਉਸ ਤੋਂ ਬਾਅਦ ਲਿਖ ਲਓ ਕਿ ਇਹਦੀ ਫੁੱਲ ਫਾਰਮ ਇਹ ਵੀ ਸੀ, ਕਿਉਂਕਿ ਨਾਲ ਦੀ ਨਾਲ ਤੁਸੀਂ ਇੱਕ ਜੇ ਚੀਜ਼ ਇਹ ਦੇਖੋ ਨਾਲ ਦੀ ਨਾਲ ਕਿ ਫੁੱਲ ਫਾਰਮ ਹਮੇਸ਼ਾ ਐਗਜ਼ਾਮ ਦੇ ਵਿੱਚ ਪੁੱਛੇ ਜਾਂਦੀ ਹੈ, ਜਿਹਨੂੰ ਆਪਾਂ ਐਬਰੀਵੇਸ਼ਨ ਵੀ ਕਹਿ ਦਿੰਦੇ ਹਾਂ। ਤੇ ਇਹ ਹਮੇਸ਼ਾ ਐਗਜ਼ਾਮ ਦੇ ਵਿੱਚ 1 ਜਾਂ 2 ਦੇ ਟਰਮਨੋਲੋਜੀ ਦੇ ਵਿੱਚ ਹੁੰਦੀ ਹੈ। ਕਈ ਪੇਪਰਾਂ 'ਚ 1 ਆ ਜਾਂਦੀ ਹੈ, ਕਈ ਪੇਪਰਾਂ 'ਚ 2 ਪੁੱਛੇ ਜਾਂਦੀਆਂ। ਤੇ ਕੰਪਿਊਟਰ ਦੇ ਜਿੰਨੇ ਵੀ ਨੰਬਰ ਨੇ ਉਹ ਆਪਾਂ ਨੂੰ ਹਮੇਸ਼ਾ ਉੱਪਰਲੇ ਕਰਮ ਤੱਕ, ਵਾਧੇ ਕਰਮ ਤੱਕ ਹੀ ਲੈ ਕੇ ਜਾਣਗੇ, ਕਦੇ ਡਬਾਉਣਗੇ ਨਹੀਂ ਜੀ ਇਹ ਨੰਬਰ। ਸੈਕਿੰਡ ਸਵਾਲ ਜੀ,
ਵਿਚ ਆਫ ਦਾ ਫੋਲੋਇੰਗ ਸ਼ਾਰਟਕਟ ਕੀ ਯੂਜ਼ਡ ਇਨ MS ਵਰਡ ਟੂ ਅਲਾਈਨ ਦੀ ਟੈਕਸਟ ਟੂ ਦੀ ਸੈਂਟਰ। ਮੀਨਸ ਇੱਕ ਆਪਣੇ ਕੋਲ ਉੱਪਰ ਜੇ ਤੁਸੀਂ ਵਰਡ ਦੀ ਇਮੇਜ ਦੇਖੀ ਹੋਊਗੀ, ਵਰਡ ਦੇ ਉੱਪਰ ਕੰਮ ਕੀਤਾ ਹੋਏਗਾ, ਇੱਕ ਤਾਂ ਇਸ ਤਰੀਕੇ ਨਾਲ ਹੁੰਦਾ ਜੀ, ਇੱਕ ਹੁੰਦਾ ਜੀ ਸੈਂਟਰ 'ਚ ਰਹੂਗਾ, ਇੱਕ ਹੋਊਗਾ ਜੀ ਕਿ ਲੈਫਟ ਤੱਕ ਰਹਿ ਜਾਊਗਾ, ਲੈਫਟ ਇੰਡੈਂਟ, ਰਾਈਟ ਇੰਡੈਂਟ, ਸੈਂਟਰ ਜਾਂ ਜਸਟੀਫਾਈ ਆਪਾਂ ਇੱਕ ਕਰਦੇ ਹਾਂ। ਇਸ ਤੋਂ ਇਹ ਵੀ ਆਪਦੀ ਕਾਪੀ ਤੇ ਲਿਖ ਲਓ ਕਿ ਦੂਸਰਾ ਹੀ ਸਵਾਲ ਹੈ, ਸਰ ਨੇ ਦੂਸਰੇ ਸਵਾਲ ਤੋਂ ਇੰਪੋਰਟੈਂਟ ਕੀ ਲਿਖਤਾ ਕਿ ਜਿੰਨੇ ਵੀ MS ਆਫਿਸ ਦੇ ਸ਼ਾਰਟਕਟ ਨੇ, MS ਆਫਿਸ ਦੇ ਵਿੱਚ ਐਕਸਲ ਵੀ ਆ ਗਿਆ, ਵਰਡ ਵੀ ਆ ਗਿਆ, ਪਾਵਰ ਪੁਆਇੰਟ ਵੀ ਆ ਗਿਆ, ਪਬਲਿਸ਼ਰ ਦਾ ਸਵਾਲ ਵੀ ਆ ਸਕਦਾ ਹੈ, MS ਐਕਸੈਸ ਦਾ ਸਵਾਲ ਵੀ ਆ ਸਕਦਾ ਹੈ, ਤਾਂ ਉਹਦੇ ਸ਼ਾਰਟਕਟ ਆਪਣੇ ਤੋਂ ਪੁੱਛੇ ਜਾਂਦੇ ਨੇ ਕਿ ਕੰਟਰੋਲ J ਹੈ ਜੀ, ਜਸਟੀਫਾਈ ਵਾਲਾ ਆਊਗਾ, E ਆਊਗਾ ਜੀ, A ਆਊਗਾ ਜਾਂ C ਆਊਗਾ। ਹੁਣ ਜਿਹੜੇ ਬੱਚੇ ਕਾਪੀ ਤੇ ਲਿਖ ਰਹੇ ਨੇ ਉਹ ਆਪਦਾ ਆਨਸਰ ਆਪਣੇ ਆਪ ਦੇ ਸਕਦੇ ਆ ਨਾਲ ਦੀ ਨਾਲ, ਨਹੀਂ ਤਾਂ ਕਮੈਂਟ ਬਾਕਸ ਦੇ ਅੰਦਰ ਦੇ ਸਕਦਾ ਹੈ। ਤੇ ਜਿਹੜਾ ਕੰਟਰੋਲ E ਵਾਲਾ ਆਪਸ਼ਨ ਹੈ ਉਹ ਆਪਣੇ ਕੋਲ ਕਿਹੜਾ ਆਪਸ਼ਨ ਬਣ ਜਾਂਦਾ ਹੈ ਜੀ, ਸੈਂਟਰ ਵਾਲਾ ਆਪਣੇ ਕੋਲ ਇੱਕ ਸ਼ਾਰਟਕਟ ਬਣ ਜਾਂਦਾ ਹੈ। ਜਿਹੜਾ ਇਹ ਵਾਲਾ ਮੈਂ ਤੁਹਾਨੂੰ ਕੀ ਦੱਸਿਆ ਜੀ, ਇਹ ਆਪਣੇ ਕੋਲ ਜਸਟੀਫਾਈ ਵਾਲਾ ਆ ਗਿਆ ਜੀ, ਨਾਲ ਨਾਲ ਕਾਪੀ ਤੇ ਲਿਖਦੇ ਰਹੋ। ਇਹ ਆਪਾਂ ਸਿਲੈਕਟ ਆਲ ਕਰ ਲੈਣਾ ਜੀ ਕੰਟਰੋਲ A, ਔਰ ਕੰਟਰੋਲ C ਦੇ ਵਿੱਚ ਆਪਾਂ ਕੀ ਕਰ ਲੈਣਾ ਜੀ, ਕਾਪੀ ਵਾਲੀ ਆਪਸ਼ਨ ਆਪਾਂ ਚੂਜ਼ ਕਰਦੇ ਹਾਂ। ਨਾਲ ਨਾਲ ਸਵਾਲ ਦੋ ਹੋਏ ਹੈ, ਇੱਕੋ ਇੱਕ ਆਪਸ਼ਨ ਤੁਹਾਨੂੰ ਕਲੀਅਰ ਹੋਣੀ ਚਾਹੀਦੀ ਹੈ ਕਿ ਕਿਹੜੀ ਕਿਹੜੀ ਆਪਸ਼ਨ ਨਾਲ ਆਈ ਹੈ। ਸਵਾਲ ਵੀ ਇੰਪੋਰਟੈਂਟ ਨੇ, ਜਿਹੜੀ ਉਹਦੇ ਵਿੱਚ ਆਪਸ਼ਨ ਆ ਰਹੀ ਹੈ ਇਹ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ ਜੀ, ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ। ਹਾਂਜੀ, ਸਾਰੇ ਬੱਚਿਆਂ ਨੂੰ ਕਲੀਅਰ ਹੋ ਗਿਆ ਜੀ? ਕੋਈ ਡਾਊਟ ਹੈ, ਕੋਈ ਨਹੀਂ ਸਮਝ ਆਇਆ ਤਾਂ ਪਲੀਜ਼ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਆ। ਤੀਸਰਾ ਸਵਾਲ ਜੀ, ਜਿਵੇਂ ਤੁਹਾਨੂੰ ਮੈਂ ਦੱਸਿਆ ਸੀ ਕਿ ਆਪਾਂ ਨੂੰ ਪੇਪਰ ਦੇ ਅੰਦਰ ਕੀ ਆਂਦਾ ਜੀ, ਹਰ ਇੱਕ ਪੇਪਰ ਦੇ ਅੰਦਰ ਇੱਕ ਜਾਂ ਦੋ ਫੁੱਲ ਫਾਰਮ ਆਪਾਂ ਨੂੰ ਪੁੱਛੀ ਜਾਂਦੇ, ਜਿਹਦਾ ਆਪਾਂ ਧਿਆਨ ਰੱਖਣਾ ਹੈ ਕਿ IP ਹੈ ਉਹ ਇੰਟਰਨੈਟ ਪ੍ਰੋਵਾਈਡਰ ਹੈ ਜੀ, ਇੰਟਰਨੈਟ ਪ੍ਰੋਸੈਸ ਹੈ ਜਾਂ ਇੰਟਰਨੈਟ ਪ੍ਰੋਟੋਕੋਲ ਹੈ, ਇੰਟਰਨੈਟ ਪਾਥ ਹੈ। ਹੁਣ ਆਪਾਂ ਨੂੰ ਵੀ ਪਤਾ ਹੈ ਜੀ ਕਿ ਜਿਹੜੀ ਆਪਣੇ ਕੋਲ ਆਪਸ਼ਨ ਹੁੰਦੀ ਹੈ ਇਹ ਇੰਟਰਨੈਟ ਪ੍ਰੋਟੋਕੋਲ ਦੀ ਆਪਸ਼ਨ ਹੈ, ਲੇਕਿਨ ਇਸ ਵਾਰ ਐਡਵਾਂਸ ਸਵਾਲ ਕੀ ਪੁੱਛਿਆ ਗਿਆ ਕਿ ਜਿਹੜੀ ਇੰਟਰਨੈਟ ਪ੍ਰੋਟੋਕੋਲ ਹੈ ਉਹਦੇ ਵਿੱਚ ਕਿੰਨੇ ਅੱਖਰ ਯੂਜ਼ ਕੀਤੇ ਜਾਂਦੇ ਆ, ਟੋਟਲ ਅੱਖਰ ਯੂਜ਼ ਕੀਤੇ ਜਾਂਦੇ ਆ ਜੀ 0 ਤੋਂ ਲੈ ਕੇ 255। ਇਹ ਆਪਦੀ ਕਾਪੀ ਦੇ ਉੱਪਰ ਨੋਟਸ ਦੇ ਅੰਦਰ ਲਿਖ ਲਓ, ਜਿਹਨੂੰ ਆਪਾਂ ਰਨਿੰਗ ਨੋਟਸ ਵੀ ਕਹਿੰਦੇ ਆ। ਨਾਲ ਨਾਲ ਇਹ ਇਨਫੋਰਮੇਸ਼ਨ ਲਿਖਣੀ ਹੈ। ਹੁਣ ਐਗਜ਼ਾਮ ਓਰੀਐਂਟਡ ਜਿਹੜੀ ਸਟੱਡੀ ਹੈ ਉਹ ਐਗਜ਼ਾਮ ਓਰੀਐਂਟਡ ਸਟੱਡੀ ਕਿਹੜੀ ਹੈ ਜੀ, ਜਿਹਦੇ ਵਿੱਚ ਆਪਾਂ ਨੋਟਸ ਵੀ ਬਣਾ ਰਹੇ ਹਾਂ, ਸ਼ਾਰਟ ਨੋਟਸ ਬਣਾ ਰਹੇ ਹਾਂ, ਨਾਲ ਨਾਲ ਆਪਾਂ ਸਵਾਲਾਂ ਦੀ ਪ੍ਰੈਕਟਿਸ ਕਰ ਰਹੇ ਹਾਂ। ਜਿਹੜਾ ਕਨਸੈਪਟ ਵਧੀਆ ਹੋਊਗਾ ਉਹ ਹੋਰ ਸਟਰੋਂਗ ਹੋ ਜਾਊਗਾ, ਜਿਹੜਾ ਥੋੜਾ ਜਿਹਾ ਘੱਟ ਆ ਉਹਨੂੰ ਆਪਾਂ ਦਰੁਸਤ ਕਰ ਸਕਦੇ ਹਾਂ। ਇੰਟਰਨੈਟ ਪ੍ਰੋਟੋਕੋਲ 0 ਤੋਂ 255 ਤੱਕ ਹੈ, ਤਾਂ ਟੋਟਲ ਡਿਜਿਟ ਕਿੰਨੇ ਹੋ ਗਏ ਜੀ, 256। ਜਿਹੜਾ ਇਸ ਵਾਰ ਪੇਪਰ ਹੋਇਆ ਸੀ ਪਿਛਲੇ ਮਹੀਨੇ PSSB ਕਲਰਕ ਦਾ, ਉਹਦੇ ਅੰਦਰ IP ਦੀ ਇੱਕ ਫਾਰਮੈਟ ਪੁੱਛਿਆ ਗਿਆ ਕਿ ਇਹਨਾਂ ਦੇ ਵਿੱਚੋਂ ਕਿਹੜਾ IP ਦਾ ਫਾਰਮੈਟ ਸਹੀ ਹੈ। ਦੇਖੋ ਜੀ, ਸਵਾਲ ਇੱਕ ਹੈ, ਇਹਦੇ ਨਾਲ ਨਾਲ ਕਿੰਨੀ ਇਨਫੋਰਮੇਸ਼ਨ ਆਪਾਂ ਨੂੰ ਐਗਜ਼ਾਮ ਦੇ ਅੰਦਰ ਪੁੱਛੀ ਜਾਂਦੀ ਹੈ, ਇਹ ਵੀ ਧਿਆਨ ਰੱਖਣਾ ਆਪਾਂ ਨੇ। ਆਪਾਂ ਨੂੰ ਪੁੱਛਿਆ ਗਿਆ ਆਮ ਤੌਰ ਤੇ ਆਪਾਂ ਦੇਖਦੇ ਹਾਂ 192.250.8 ਲਿਖ ਲਓ। ਇਹ ਇੱਕ ਸਹੀ ਇਨਫੋਰਮੇਸ਼ਨ ਹੈ, ਸਹੀ ਹੈ। 0 ਤੋਂ 255 ਤੱਕ ਚੂਜ਼ ਕਰਨਾ, ਚਾਹੇ ਤੁਸੀਂ ਸਾਰੇ 200 ਕਰਕੇ ਵੀ ਚੂਜ਼ ਕਰ ਸਕਦੇ ਹੋ, ਇਹਦੇ ਵਿੱਚ ਕੋਈ ਪਰੇਸ਼ਾਨੀ ਨਹੀਂ। ਲੇਕਿਨ ਐਗਜ਼ਾਮ ਦੇ ਵਿੱਚ ਇਸ ਡਾਟ ਦੀ ਥਾਂ ਇਹਨੂੰ ਕੀ ਕਹਿੰਦੇ ਜੀ, ਡਾਟ ਆਪਰੇਟਰ ਕਹਿੰਦੇ। ਜਿਹੜਾ ਉਰੇ ਲੱਗਿਆ ਇਹਨੂੰ ਡਾਟ ਆਪਰੇਟਰ ਕਹਿੰਦੇ ਆ। ਇਹਦੇ ਵਿੱਚ ਆਪਾਂ ਕੋਈ ਐਦਾਂ ਅੰਡਰਸਕੋਰ ਨਹੀਂ ਲਿਖ ਸਕਦੇ, ਕੋਈ ਆਪਾਂ ਇਹਦਾ 256 257 ਨੰਬਰ ਨਹੀਂ ਲਿਖ ਸਕਦੇ, ਕਿਉਂਕਿ ਜਿਹੜੀ ਉੱਥੇ ਆਪਸ਼ਨ ਦਿੱਤੀ ਗਈ ਸੀ ਉਹ ਵਾਧੇ ਕਰਮ ਦੇ ਵਿੱਚ ਦਿੱਤੀ ਗਈ ਸੀ। ਉਹ ਪੇਪਰ ਵੀ ਆਪਾਂ ਡਿਸਕਸ ਕਰਾਂਗੇ। ਉਹਦੇ ਵਿੱਚ 726 257 300 ਕਰਕੇ ਦਿੱਤਾ ਹੋਇਆ ਸੀ। ਆਪਾਂ ਨੂੰ ਲੱਗਿਆ ਕਿ ਨੰਬਰ ਉਹ ਸਹੀ ਹੋਏਗਾ, ਠੀਕ ਹੈ ਜੀ। ਇਸੇ ਤਰ੍ਹਾਂ ਐਕਸਾਈਜ਼ ਦੇ ਵਿੱਚ ਵੀ ਇਹ ਸਵਾਲ ਪੁੱਛਿਆ ਗਿਆ ਸੀਗਾ ਇਸੇ ਪ੍ਰੋਟੋਕੋਲ ਦੇ ਨਾਲ ਕਿ ਕਿਹੜਾ ਨੰਬਰ ਆਏਗਾ। ਐਕਸਾਈਜ਼ ਦੇ ਅੰਦਰ ਵੀ ਇਹੀ ਸਵਾਲ ਪੁੱਛਿਆ ਗਿਆ ਸੀ। ਜੇ ਤੁਸੀਂ ਪੁਰਾਣੇ ਪੇਪਰ ਨੂੰ ਰਿਵਿਊ ਕਰਦੇ ਹੋ ਵਧੀਆ ਗੱਲ ਹੈ, ਨਹੀਂ ਦਿਖਦਾ ਤਾਂ ਤੁਸੀਂ ਅਭਿਮਨਿਊ ਦੀ ਵੈਬਸਾਈਟ ਤੇ ਜਾ ਸਕਦੇ ਹੋ, ਜਿਹੜੀ ਅਭਿਮਨਿਊ IAS ਦੀ ਕਿਉਂਕਿ ਸਾਰਾ ਇੰਪਾਵਰਡ ਇੱਥੋਂ ਹੀ ਹੁੰਦਾ ਜੀ। ਤਾਂ ਜਦੋਂ ਵੈਬਸਾਈਟ ਤੇ ਜਾਓਗੇ ਉੱਥੇ ਵੀ ਪੁਰਾਣੇ ਪੇਪਰ ਤੁਸੀਂ ਡਾਊਨਲੋਡ ਕਰ ਸਕਦੇ ਆ। ਤਾਂ ਇਹ ਜਿਹੜੀ ਐਕਸਟਰਾ ਇਨਫੋਰਮੇਸ਼ਨ ਸੀ IP ਦੇ ਨਾਲ, ਇਹ ਵੀ ਤੁਸੀਂ ਪਲੀਜ਼ ਕਾਪੀ ਤੇ ਲਿਖ ਲਓ। ਕਰੈਕਟ ਫਾਰਮੇਸ਼ਨ ਇਹ ਹੈਗੀ ਹੈ, ਇਹਦੇ ਵਿੱਚ ਡਾਟ ਲੱਗੇ ਹੋਣੇ ਚਾਹੀਦੇ ਆ, ਤੇ ਜਿਹੜਾ ਅੱਖਰ ਆ ਉਹ 0 ਤੋਂ ਲੈ ਕੇ 255 ਦੇ ਅੰਦਰ ਅੰਦਰ ਹੋਣਾ ਚਾਹੀਦਾ, ਠੀਕ ਹੈ ਜੀ। ਚਲਿਏ ਜੀ ਅੱਗੇ ਵਧਦੇ ਹਾਂ ਜੀ ਆਪਾਂ ਹੁਣ ਚੌਥੇ ਸਵਾਲ ਤੇ। ਫੋਰਥ ਵਨ ਜੀ, which of the following block of text is added to end of an outgoing email automatically। ਇਹ ਵੀ PSSB ਕਲਰਕ ਦਾ ਸਵਾਲ ਹੈ ਜੀ। ਇਹਦੇ ਵਿੱਚ ਇਹ ਪੁੱਛਿਆ ਗਿਆ ਕਿ ਕਿਹੜਾ ਟੈਸਟ ਆਪਾਂ ਈਮੇਲ ਐਡ ਹੋਣ ਤੇ ਭੇਜਦੇ ਹਾਂ, ਟੈਕਸਟ ਐਂਡ ਤੇ, ਜਿਹੜਾ ਆਪਾਂ ਬਿਲਕੁਲ ਐਂਡ ਤੇ ਲਿਖਦੇ ਹਾਂ। ਜਿਵੇਂ ਆਪਾਂ ਕਈ ਵਾਰ ਕਿਸੇ ਨੂੰ ਕੀ ਲਿਖ ਦਿੰਦੇ ਹਾਂ, ਰਿਗਾਰਡਸ ਲਿਖ ਦਿੰਦੇ ਹਾਂ ਜੀ, ਵਿਦ ਰਿਗਾਰਡਸ ਨਾਮ ਹੈ ਜੀ, ਇਹ ਨੰਬਰ ਇੱਦਾਂ ਕਰਕੇ। ਜਦੋਂ ਆਪਾਂ ਹਮੇਸ਼ਾ ਈਮੇਲ ਜਦੋਂ ਫਾਰਵਰਡ ਕਰਦੇ ਹਾਂ ਉਦੋਂ ਉਹ ਲਿਖਿਆ ਜਾਂਦਾ। ਤੇ ਟ੍ਰੈਂਡਿੰਗ ਟੌਪਿਕ ਦੇ ਇੰਪੋਰਟੈਂਟ ਟੌਪਿਕ ਦੇ ਵਿੱਚ ਜਿਵੇਂ ਇੰਟਰਨੈਟ ਜਿਹੜੀ ਸਿਕਿਉਰਿਟੀ ਹੈ ਉਹ ਵੀ ਆਉਂਦੀ ਹੈ, ਤੇ ਨਾਲ ਨਾਲ ਜਿਹੜਾ ਈਮੇਲ ਦਾ ਟੌਪਿਕ ਹੈ
ਉਹ ਵੀ ਹੁਣ ਟ੍ਰੈਂਡਿੰਗ ਦੇ ਵਿੱਚ ਆ ਚੁੱਕਾ, ਜਿਵੇਂ ਆਪਾਂ IP ਦੇ ਰਿਗਾਰਡਿੰਗ ਗੱਲ ਕੀਤੀ ਹੈ। ਤਾਂ ਨਾਲ ਨਾਲ ਕਾਪੀ ਤੇ ਇਹ ਵੀ ਲਿਖਦੇ ਰਹਿਣਾ ਕਿਹੜਾ ਇੰਪੋਰਟੈਂਟ ਹੈ ਕਿਹੜਾ ਘੱਟ ਇੰਪੋਰਟੈਂਟ ਹੈ। ਹਾਲੇ ਤਾਂ ਦੂਸਰੀ ਕਲਾਸ ਹੀ ਆਪਣੀ, ਠੀਕ ਹੈ ਜੀ। ਪਹਿਲਾ ਸੈਸ਼ਨ ਇੱਕ ਤੁਹਾਡੇ ਨਾਲ ਲਿੱਤਾ ਗਿਆ, ਇਹ ਦੂਸਰਾ ਸੈਸ਼ਨ ਹੈ। ਹਲੇ ਬਹੁਤ ਸਾਰੇ ਸੈਸ਼ਨ ਇਹਦੇ ਨਾਲ ਇਸ ਦੇ ਨਾਲ ਦੇ ਤੁਹਾਡੇ ਨਾਲ ਆਉਣਗੇ। ਨੰਬਰ ਸਿਸਟਮ ਦੇ ਰਿਗਾਰਡਿੰਗ ਸੈਸ਼ਨ ਆਏਗਾ, ਉਹਦੇ ਨਾਲ ਟੋਪੋਲੋਜੀ ਦੇ ਰਿਗਾਰਡਿੰਗ ਸੈਸ਼ਨ ਆਏਗਾ। ਤਾਂ ਹਰ ਇੱਕ ਚੀਜ਼ ਤੁਹਾਨੂੰ ਪ੍ਰੋਪਰ ਪੈਟਰਨ ਨਾਲ ਕਰਵਾਈ ਜਾਏਗੀ। ਤਾਂ ਇਸ ਕਰਕੇ ਤੁਸੀਂ ਆਪਣੇ ਨੋਟਸ ਪ੍ਰੋਪਰ ਬਣਾਉਣੇ ਆ। ਅਟੈਚਮੈਂਟ ਹੋਊਗੀ, ਅਟੈਚਮੈਂਟ ਤਾਂ ਵੈਸੇ ਹੀ ਕਰਦੇ ਹਾਂ ਜੀ। ਸਿਗਨੇਚਰ ਹੋ ਸਕਦਾ ਹੈ, ਫੁੱਟਰ ਤਾਂ ਆਪਾਂ ਯੂਜ਼ ਨਹੀਂ ਕਰਦੇ, ਕੈਲੰਡਰ ਵੀ ਨਹੀਂ ਯੂਜ਼ ਕਰਦੇ। ਤਾਂ ਜਿਹੜਾ ਇਸ ਵਾਲਾ ਆਪਸ਼ਨ ਚਲਾ ਜਾਂਦਾ ਹੈ ਉਹ ਆਪਣੇ ਕੋਲ ਸਿਗਨੇਚਰ ਵਾਲੇ ਤੇ ਚਲਾ ਜਾਂਦਾ। ਅਟੈਚ ਆਪਾਂ ਫਾਈਲ ਕਰਦੇ ਹੁੰਦੇ ਆ ਜੀ, ਇਹ ਵੀ ਨਹੀਂ ਆਊਗਾ। ਫੁੱਟਰ ਆਪਾਂ ਹੈਡਰ ਫੁੱਟਰ ਵਰਡ ਫਾਈਲ ਦੇ ਵਿੱਚ ਆਪਾਂ ਯੂਜ਼ ਕਰਦੇ ਹਾਂ। ਕੈਲੰਡਰ ਨਾਰਮਲ ਹੁੰਦਾ। ਤਾਂ ਆਪਣੇ ਕੋਲ ਜਿਹੜੀ ਇੱਕ ਆਪਸ਼ਨ ਬਚ ਗਈ ਵਿਦ ਰਿਗਾਰਡਸ ਵਾਲੀ, ਕੋਈ ਐਡਰੈਸ ਹੈ, ਕੋਈ ਆਪਾਂ ਨੰਬਰ ਲਿਖਦੇ ਹਾਂ, ਕੋਈ SEO ਨੰਬਰ ਆਪਾਂ ਉੱਥੇ ਦੱਸਦੇ ਹਾਂ ਵੀ ਸਾਡਾ ਨਾਮ ਆਪਣੇ ਆਪ ਹੀ ਇਹ ਆਉਣਾ ਚਾਹੀਦਾ, ਆਟੋਮੈਟਿਕਲੀ ਆ ਜਾਂਦਾ ਜੀ। ਤਾਂ ਉਹਨੂੰ ਕੀ ਕਹਿੰਦੇ ਆ ਜੀ ਆਪਾਂ ਸਿਗਨੇਚਰ ਕਹਿੰਦੇ। ਇੱਦਾਂ ਦੀ ਜਿਹੜੀ ਤੁਸੀਂ ਪ੍ਰੈਕਟਿਸ ਹੈ ਖੁਦ ਵੀ ਕਰ ਸਕਦੇ। ਅੱਛਾ ਜੀ, ਇਹਦਾ ਮੈਨੂੰ ਲੱਗਦਾ ਕੁਐਸਚਨ ਚਲਿਆ ਗਿਆ। ਚਲੋ ਇਹ ਆਪਣੇ ਸਾਹਮਣੇ ਇਹ ਆ ਚੁੱਕਿਆ ਹੈ। ਇਹਨਾਂ ਦੇ ਵਿੱਚ ਇਹ ਪੁੱਛਿਆ ਗਿਆ, ਪਹਿਲਾ ਕੁਐਸਚਨ ਇੱਥੇ ਨਹੀਂ ਹੈਗਾ ਸੀ, ਵਿਚ ਆਫ ਦੀ ਫੋਲੋਇੰਗ ਸ਼ਾਰਟਕਟ ਕੀ ਯੂਜ਼ ਟੂ ਓਪਨ ਅ ਨਿਊ ਵਰਕਬੁੱਕ ਇਨ ਦੀ ਐਕਸਲ। ਆਪਾਂ ਨੂੰ ਪਤਾ ਹੈ ਚਾਹੇ ਆਪਾਂ ਮਾਈਕਰੋਸੌਫਟ ਵਰਡ ਖੋਲ ਲਈਏ ਜੀ, ਚਾਹੇ ਪਾਵਰ ਪੁਆਇੰਟ ਖੋਲ ਲਈਏ, ਚਾਹੇ ਐਕਸਲ ਖੋਲ ਲਈਏ, ਆਪਾਂ ਹਮੇਸ਼ਾ ਕੀ ਕਰਦੇ ਹਾਂ ਜੀ Ctrl+N ਦਬਾਉਂਦੇ ਹਾਂ। ਮੀਨਸ ਨਿਊ ਫਾਈਲ ਖੋਲ੍ਹਣ ਦੇ ਲਈ ਆਪਣੇ ਕੋਲ ਸ਼ਾਰਟਕਟ ਜਿਹੜਾ ਹੁੰਦਾ ਜੀ Ctrl+N ਹੁੰਦਾ। ਤੇ ਆਹ ਜਿਹੜਾ ਨਾਮ ਲਿਖਿਆ ਹੈ ਜਾਂ ਤਾਂ ਵਰਕਬੁੱਕ ਦੀ ਗੱਲ ਹੁੰਦੀ ਹੈ ਐਕਸਲ ਦੇ ਲਈ, ਜਾਂ ਫਿਰ ਇੱਕ ਵਰਡ ਲਿਖਿਆ ਹੁੰਦਾ ਜੀ ਸਪਰੈਡਸ਼ੀਟ ਲਿਖਿਆ ਹੁੰਦਾ। ਜਾਂ ਫਿਰ ਜੇ ਤੁਸੀਂ ਐਕਸਲ ਦੀ ਸ਼ੀਟ ਪੂਰੀ ਦੇਖੋਗੇ, ਇੱਥੇ ਨੀਚੇ ਲਿਖਿਆ ਹੁੰਦਾ ਸ਼ੀਟ 1 ਸ਼ੀਟ 2 ਸ਼ੀਟ 3, ਸ਼ੀਟ 1 ਸ਼ੀਟ 2 ਸ਼ੀਟ 3, ਇਸ ਤਰੀਕੇ ਨਾਲ ਲਿਖਿਆ ਹੁੰਦਾ। ਤਾਂ ਉਸ ਤਰੀਕੇ ਦਾ ਪੁੱਛਿਆ ਜਾ ਰਿਹਾ ਵੀ ਇਹ ਸ਼ਾਰਟਕਟ ਕਿਸ ਤਰੀਕੇ ਨਾਲ। ਠੀਕ ਹੈ ਜੀ। ਇਹ ਜਿਹੜਾ ਉਹ ਵਾਲੀ ਕਮਾਂਡ ਹੈ ਇਹ ਆਪਾਂ ਫਾਈਲ ਓਪਨ ਦੇ ਲਈ ਯੂਜ਼ ਕਰਦੇ ਹਾਂ। ਤਾਂ ਇਸ ਕਰਕੇ ਕੰਟਰੋਲ ਜਿਹੜੀ ਨਿਊ ਵਾਲੀ ਆਪਸ਼ਨ ਹੈ ਆਪਣੇ ਕੋਲ ਕਾਹਦੇ ਵਾਸਤੇ ਹੁੰਦੀ ਹੈ ਜੀ, ਨਵੀਂ ਫਾਈਲ ਖੋਲ੍ਹਣ ਦੇ ਵਾਸਤੇ ਹੁੰਦੀ ਹੈ। ਕੰਟਰੋਲ ਇਹ ਆਪਾਂ ਕਰ ਚੁੱਕੇ ਹਾਂ, M ਦਾ ਇਹਦੇ ਵਿੱਚ ਕੋਈ ਕੰਮ ਨਹੀਂ ਹੈਗਾ। ਵਿਚ ਪ੍ਰੋਟੋਕੋਲ ਅਸਾਈਨਸ IP ਐਡਰੈਸ ਟੂ ਦੀ ਕਲਾਇੰਟ ਕਨੈਕਟਡ ਟੂ ਦੀ ਇੰਟਰਨੈਟ। ਜਿਵੇਂ ਕਿ ਤੁਹਾਡੇ ਨਾਲ ਪਹਿਲਾਂ ਗੱਲ ਹੋਈ ਕਿ ਇੰਟਰਨੈਟ ਵਾਲਾ ਸਵਾਲ ਇੰਪੋਰਟੈਂਟ ਹੈ, ਈਮੇਲ ਵਾਲਾ ਸਵਾਲ ਇੰਪੋਰਟੈਂਟ ਹੈ, ਤੇ ਨਾਲ ਨਾਲ ਸਿਕਿਉਰਿਟੀ ਵਾਲਾ ਸਵਾਲ ਇੰਪੋਰਟੈਂਟ ਹੈ ਅਲੋਂਗ ਵਿਦ ਦੀ ਟੋਪੋਲੋਜੀ। ਆ ਦੇਖੋ ਜੀ ਤੁਹਾਡੇ ਨਾਲ ਇਹ ਪ੍ਰੋਟੋਕੋਲ ਜੁੜ ਗਈ। ਪ੍ਰੋਟੋਕੋਲ ਦਾ ਸਵਾਲ ਐਕਸਾਈਜ਼ ਦੇ ਵਿੱਚ ਵੀ ਆ ਚੁੱਕਾ, ਜਿਹੜਾ ਹੁਣੀ ਰੀਸੈਂਟ ਪੇਪਰ ਹੋਇਆ 2023 ਦੇ ਅੰਦਰ PSSSB ਕਲਰਕ ਦੇ ਅੰਦਰ ਵੀ ਪ੍ਰੋਟੋਕੋਲ ਦੇ ਰਾਹੀਂ ਸਵਾਲ ਪੁੱਛਿਆ ਗਿਆ, ਟੋਪੋਲੋਜੀ ਵਾਲਾ ਸਵਾਲ ਵੀ ਪੁੱਛਿਆ ਗਿਆ। ਹੁਣ ਆਪਣੇ ਵਿੱਚ ਇਹਦੇ ਵਿੱਚ ਇੰਟਰਨੈਟ ਪ੍ਰੋਟੋਕੋਲ ਦੀ ਗੱਲ ਹੋ ਰਹੀ ਹੈ, ਬਾਇਓਸ ਦੀ ਗੱਲ ਹੋ ਰਹੀ ਹੈ, ਜਾਂ ਡਾਇਨਾਮਿਕ ਹੋਸਟ ਪ੍ਰੋਟੋਕੋਲ ਦੀ ਗੱਲ ਹੋ ਰਹੀ ਹੈ। ਡੈਫੀਨੇਟਲੀ ਇਹਦੇ ਵਿੱਚ ਜਿਹੜੀ ਗੱਲ ਹੋ ਰਹੀ ਹੈ ਡਾਇਨਾਮਿਕ ਹੋਸਟ ਦੀ ਗੱਲ ਹੋ ਰਹੀ ਹੈ, ਜਿਹੜਾ ਇੱਕ ਕਲਾਇੰਟ ਦੇ ਨਾਲ ਕਨੈਕਟ ਕਰੇਗਾ। ਜਿਵੇਂ ਇੱਥੇ ਕਲਾਇੰਟ ਹੁੰਦਾ ਜੀ, ਕਲਾਇੰਟ ਸਰਵਰ ਮਾਡਲ ਦੀ ਆਪਾਂ ਗੱਲ ਕਰਦੇ ਹਾਂ, ਜਿਹਦੇ ਵਿੱਚ ਕਾਫੀ ਸਾਰੀਆਂ ਪ੍ਰੋਟੋਕੋਲਸ ਆਪਾਂ ਨੂੰ ਕੰਮ ਆਉਂਦੀਆਂ। ਜਿਵੇਂ ਲਿਖ ਲਓ ਜੀ ਕਾਪੀ ਤੇ POP ਪੋਸਟ ਆਫਿਸ ਪ੍ਰੋਟੋਕੋਲ। POP ਕਾਹਦੇ ਵਾਸਤੇ ਕੰਮ ਆਉਂਦੀ ਹੈ ਜੀ, ਜਦੋਂ ਆਪਾਂ ਲੌਗਇਨ ਲੌਗ ਆਊਟ ਕਰਦੇ ਹਾਂ ਉਦੋਂ POP ਕੰਮ ਆਉਂਦੀ ਆਪਣੇ। ਇੱਕ ਹੁੰਦੀ ਹੈ ਜੀ ਮਾਈਮ ਪ੍ਰੋਟੋਕੋਲ, ਮਲਟੀਮੀਡੀਆ ਐਕਸਟੈਂਸ਼ਨ, ਜਿਹੜੀ ਮਲਟੀਪਰਪਜ਼ ਇੰਟਰਨੈਟ ਦੇ ਲਈ ਯੂਜ਼ ਹੁੰਦੀ ਹੈ। ਇਹਦੇ ਵਿੱਚ ਆਪਾਂ ਟੈਕਸਟ ਫਾਈਲ ਪਲੱਸ MP3 ਜਿਹੜੀ ਫਾਈਲ ਹੈ ਉਹ ਆਪਾਂ ਯੂਜ਼ ਕਰਦੇ ਹਾਂ। ਇਹ ਪੁੱਛਿਆ ਜਾਂਦਾ POP ਪ੍ਰੋਟੋਕੋਲ। ਮਾਈਮ ਪ੍ਰੋਟੋਕੋਲ ਦੇ ਬਾਰੇ ਵੀ ਪੁੱਛਿਆ ਜਾਂਦਾ। ਇੱਕ IMAP ਪ੍ਰੋਟੋਕੋਲ ਹੁੰਦੀ ਹੈ, ਇਹ ਮੈਸੇਜ ਦੇ ਰਿਗਾਰਡਿੰਗ ਗੱਲ ਹੁੰਦੀ ਹੈ। SMTP ਪ੍ਰੋਟੋਕੋਲ ਹੈ, ਆਪਾਂ ਸਾਰੇ ਟੌਪਿਕ ਦੇ ਵਿੱਚ ਪੜਾਂਗੇ। ਸਿੰਪਲ ਮੇਲ ਟੈਕਸਟ ਟ੍ਰਾਂਸਫਰ ਪ੍ਰੋਟੋਕੋਲ, ਜਿਹੜੀ ਈਮੇਲ ਦੇ ਅੰਦਰ ਯੂਜ਼ ਹੁੰਦੀ ਹੈ, ਟੈਕਸਟ ਡਾਕੂਮੈਂਟ ਲਈ ਯੂਜ਼ ਹੁੰਦੀ ਹੈ। FTP ਦਾ ਸਵਾਲ ਤਾਂ ਆਇਆ ਸੀਗਾ ਜੀ, ਫਾਈਲ ਟ੍ਰਾਂਸਫਰ ਪ੍ਰੋਟੋਕੋਲ ਦਾ। ਇਹ ਵੀ ਸਵਾਲ 2023 ਦੇ ਜਿੰਨੇ ਵੀ ਪੰਜਾਬ ਦੇ ਵਿੱਚ ਐਗਜ਼ਾਮ ਹੋਏ ਨੇ ਉਹਦੇ ਵਿੱਚ ਆਇਆ। ਦੇਖੋ ਜੀ ਸਵਾਲ ਇੱਕ ਹੈ, ਉਹਦਾ ਟੌਪਿਕ ਤੇ ਆਸੇ-ਪਾਸੇ ਜਿਹੜਾ ਹੁੰਦਾ ਇਹ ਰਨਿੰਗ ਨੋਟਸ ਦੇ ਵਿੱਚ ਲਿਖਣਾ ਹੈ ਕਿ ਇਹ ਮੈਨੂੰ ਆਂਦਾ। ਮੰਨ ਲਓ ਇਹ ਨਹੀਂ ਆਂਦਾ ਤਾਂ ਉਹਨੂੰ ਵੀਕ ਲਿਖ ਲਓ, ਕਮੈਂਟ ਕਰ ਦਿਓ ਕਿ ਸਰ ਇਹ ਟੌਪਿਕ ਆਪਣਾ ਅਗਲੀ ਕਲਾਸ ਦੇ ਵਿੱਚ ਪੜਾਇਆ ਜਾਵੇ, ਜਾਂ ਦੂਸਰੀ ਕਲਾਸ ਜਾਂ ਚੌਥੀ ਕਲਾਸ, ਜੋ ਵੀ ਤੁਸੀਂ ਰეკਮੈਂਡ ਕਰੋਗੇ। ਜੇ ਨਹੀਂ ਆਂਦਾ ਕੋਈ ਗੱਲ, ਆਂਦਾ ਵੈਰੀ ਗੁੱਡ ਹੈ, ਫਿਰ ਉਹ ਆਪਾਂ ਕੁਐਸਚਨ ਇਹਦੇ ਲੈ ਕੇ ਆਵਾਂਗੇ ਤੁਹਾਡੇ ਲਈ। ਹਲੇ ਤਾਂ ਆਪਣੀ ਸੈਕਿੰਡ ਕਲਾਸ ਹੈ ਇਹ ਵਾਲੀ। ਚਲਿਏ ਜੀ ਅੱਗੇ, ਚਲੋ ਜੀ। ਹਾਂਜੀ, ਡਰਾਫਟ ਫੋਲਡਰ ਇਨ ਈਮੇਲ ਇਜ਼ ਯੂਜ਼ ਟੂ। ਜਿਹੜਾ ਡਰਾਫਟ ਫੋਲਡਰ ਹੁੰਦਾ ਹੈ ਉਹ ਕਾਹਦੇ ਵਿੱਚ ਯੂਜ਼ ਹੁੰਦਾ, ਕਿਉਂਕਿ ਜਦੋਂ ਮੇਲ ਸੈਂਡ ਕੀਤੀ ਨਹੀਂ, ਆਪਾਂ ਮਿਨੀਮਾਈਜ਼ ਕਰਤਾ, ਉਹ ਆਪਣੇ ਕੋਲ ਕਿੱਥੇ ਚਲੇਗੀ, ਆਊਟਬਾਕਸ ਦੇ ਅੰਦਰ ਚਲੀ ਗਈ ਜਾਂ ਡਰਾਫਟ ਦੇ ਅੰਦਰ ਚਲੀ ਗਈ। ਆਊਟਬਾਕਸ ਦੇ ਅੰਦਰ ਨੈਟ ਨਹੀਂ ਚੱਲ ਰਿਹਾ, ਆਊਟਬਾਕਸ ਕੋਲ ਹੈ। ਜੇ ਕੁਛ ਅਨਸੇਵਡ ਹੈ, ਠੀਕ ਹੈ ਜੀ, ਅਨਸੈਂਡ ਈਮੇਲ ਹੈ, ਡਿਲੀਟ ਮੇਲਸ ਹੈ, ਕਾਪੀ ਆਫ ਈਮੇਲ ਹੈ, ਸਟੋਰ ਸਪੈਮ, ਜਿਹੜਾ ਆਪਾਂ ਨਾਰਮਲੀ ਯੂਜ਼ ਕਰਦੇ ਹਾਂ, ਜਦੋਂ ਆਪਾਂ ਸੇਵ ਕਰ ਦਿੰਦੇ ਹਾਂ ਉਹ ਆਪਣੇ ਕੋਲ ਕੀ ਚੱਲ ਜਾਂਦੀ ਹੈ, ਡਰਾਫਟ ਫੋਲਡਰ ਦੇ ਅੰਦਰ ਚੱਲ ਜਾਂਦੀ ਹੈ, ਜਿਹੜੀ ਕਿ ਅਨਸੈਂਡ ਹੈ, ਜਿਹਨੂੰ ਆਪਾਂ
ਸੈਂਡ ਨਹੀਂ ਕੀਤਾ, ਜਾਂ ਫਿਰ ਆਪਾਂ ਨੇ ਸੈਂਡ ਕਰਤਾ, ਧਿਆਨ ਨਾਲ ਗੱਲ ਸੁਣਿਓ, ਆਪਾਂ ਨੇ ਸੈਂਡ ਨਹੀਂ ਕੀਤਾ, ਹਾਲੇ ਲਿਖ ਰਹੇ ਸੀ, ਆਪਾਂ ਮਿਨੀਮਾਈਜ਼ ਕਰਤਾ ਤਾਂ ਉਹ ਆਪਣੇ ਕੋਲ ਕੀ ਰਹੂਗੀ ਜੀ, ਡਰਾਫਟ ਫੋਲਡਰ ਦੇ ਅੰਦਰ ਰਹੇਗੀ। ਜੇ ਆਪਾਂ ਸੈਂਡ ਕਰ ਚੁੱਕੇ ਹਾਂ ਲੇਕਿਨ ਉੱਥੇ ਕੋਈ ਇੰਟਰਨੈਟ ਦੀ ਦਿੱਕਤ ਆ ਗਈ, ਨਹੀਂ ਸੈਂਡ ਹੋ ਪਾਈ, ਉਹ ਆਪਣੇ ਕੋਲ ਆਊਟ ਬਾਕਸ ਦੇ ਅੰਦਰ ਹੁੰਦੀ ਹੈ। ਜੋ ਆਪਾਂ ਸੈਂਡ ਵਾਲਾ ਬਟਨ ਦੱਬ ਦਿੰਦੇ ਹਾਂ ਉਹ ਆਊਟ ਬਾਕਸ ਦੇ ਥਰੂ ਹੋ ਕੇ ਜਾਂਦੇ ਆ। ਜੇ ਨੈਟ ਬੰਦ ਹੋ ਗਿਆ ਜਾਂ ਕੋਈ ਦਿੱਕਤ ਪਰੇਸ਼ਾਨੀ ਰਹੀ ਤਾਂ ਆਊਟ ਬਾਕਸ ਦੇ ਅੰਦਰ ਹੀ ਰਹਿ ਜਾਏਗੀ। ਜੇ ਆਪਾਂ ਕੰਮ ਕਰਦੇ ਕਰਦੇ ਮਿਨੀਮਾਈਜ਼ ਕਰਤਾ, ਟੂ ਦੇ ਉੱਪਰ ਐਡਰੈਸ ਭਰਤਾ ਜੀ, ਠੀਕ ਹੈ ਜੀ, ਇੱਥੇ ਸਬਜੈਕਟ ਲਿਖਤਾ ਹੈ, ਇਹਦੇ ਅੰਦਰ ਆਪਾਂ ਆਪਦਾ ਟੈਕਸਟ ਲਿਖਤਾ ਵਿਦ ਰਿਗਾਰਡ ਲਿਖ ਕੇ ਆਪਾਂ ਫਾਈਲ ਅਟੈਚ ਕਰਤੀ, ਸੈਂਡ ਆਪਾਂ ਨਹੀਂ ਕੀਤਾ ਤਾਂ ਉਹ ਡਰਾਫਟ ਫੋਲਡਰ ਦੇ ਅੰਦਰ ਰਹੇਗੀ। ਜੇ ਆਪਾਂ ਸੈਂਡ ਦੇ ਕਲਿੱਕ ਕਰਤਾ, ਨੈਟ ਬੰਦ ਹੋ ਗਿਆ, ਕੁਛ ਹੋਰ ਆ, ਤਾਂ ਆਊਟ ਬਾਕਸ ਦੇ ਅੰਦਰ ਰਹੇਗੀ, ਉਹ ਡਰਾਫਟ ਦੇ ਅੰਦਰ ਨਹੀਂ ਰਹੇਗੀ। ਇਹ ਦੋ ਚੀਜ਼ਾਂ ਆਪਦੀ ਕਾਪੀ ਤੇ ਲਿਖ ਲਓ ਪਲੀਜ਼। ਕੋਈ ਦਿੱਕਤ ਹੈ, ਕੋਈ ਡਾਊਟ ਹੈ ਤਾਂ ਪਲੀਜ਼ ਤੁਸੀਂ ਦੱਸ ਸਕਦੇ। ਯੈਸ ਸਟੂਡੈਂਟਸ, हाँ जी क्लियर हो गया जी ये वाला पॉइंट जी। चलो जी, आउट बॉक्स वाला भी क्लीयर हो गया, वो ड्राफ्ट वाला भी क्लीयर हो गया होगा। तुसी उस तरीके नाल ही ईमेल का ऑप्शन आप चूज़ कर सकते हैं। जो आप ईमेल वाली ऑप्शन खोलते हैं, हो सकता तुहानूं विजिबल ना होवे, अपने कोल इनबॉक्स हुंदा है जी, अनरीड वाली ऑप्शन हुंदी है, स्टार, स्नूज, इंपॉर्टेंट, सेंट, शेड्यूल, आउट बॉक्स, ड्राफ्ट, ये दो अलग अलग ऑप्शन है। देखो जे तुसी प्रॉपरली विजिबल आपदा फोन नाल दी नाल खोल के देख लो कितनी विजिबिलिटी होएगी। आउट बॉक्स है, शेड्यूल्ड है, ड्राफ्ट है, ये सारी ऑप्शनां ਦਾ ਸਵਾਲ ਆਪਾਂ ਨੂੰ ਐਗਜ਼ਾਮ ਦੇ ਅੰਦਰ ਪੁੱਛਿਆ ਕਿ ਅਨਸੈਂਟ ਈਮੇਲ ਦੀ ਜਿਹੜੀ ਆਪਸ਼ਨ ਆਪਣੇ ਸਾਹਮਣੇ ਆਂਦੀ ਹੈ। ਡੈਸ਼ ਇਜ਼ ਐਨ ਐਕਸਕਲੂਸਿਵ ਵਿਊ ਆਫ ਸਲਾਈਡ ਇਨ ਦੀ ਥੰਬਨੇਲ ਫਾਰਮ। ਹੁਣ ਇਹਦੇ ਵਿੱਚ ਇੱਕ ਚੀਜ਼ ਤੁਸੀਂ ਨਾਲ ਕੀ ਦੇਖਣੀ ਹੈ, ਜਿਹੜਾ ਐਗਜ਼ਾਮ ਦਾ ਪੈਟਰਨ ਹੈ ਪੰਜਾਬ ਦੇ ਅੰਦਰ, ਹੁਣ ਉਹਦੇ ਵਿੱਚ ਆਪਾਂ ਨੂੰ ਕੀ ਆਂਦਾ ਜੀ, ਫਿਲਿੰਗ ਦੀ ਬਲੈਂਕਸ ਵੀ ਸ਼ੁਰੂ ਕੀਤੇ ਗਏ ਹੈ। ਇਹਦੇ ਵਿੱਚ ਇੱਕ ਫਿਲਿੰਗ ਦੀ ਬਲੈਂਕਸ ਹੈ, ਲੇਕਿਨ ਜਿਹੜੇ 2023 ਦੇ ਅੰਦਰ ਪੇਪਰ ਹੋਇਆ ਹੈ ਉਹਦੇ ਵਿੱਚ ਕਈ ਸਵਾਲ ਇਦਾਂ ਦੇ ਆਏ ਜਿਹਦੇ ਵਿੱਚ ਦੋ ਫਿਲਿੰਗ ਦੀ ਬਲੈਂਕ ਸੀ। ਪਹਿਲਾਂ ਨਾਰਮਲੀ ਕੀ ਹੁੰਦਾ ਸੀ ਜੀ, ਇੱਕ ਫਿਲਿੰਗ ਦੀ ਬਲੈਂਕਸ ਹੁੰਦਾ ਸੀ, ਜਾਂ ਸਟੇਟਮੈਂਟ ਵਾਲਾ ਸਵਾਲ ਹੁੰਦਾ ਸੀ, ਜਾਂ ਫਿਰ ABCD ਵਾਲਾ ਹੁੰਦਾ ਸੀ। ਤਾਂ ਇਸ ਕਰਕੇ ਆਪਦੇ ਆਪ ਨੂੰ ਰੈਡੀ ਰੱਖੋ ਕਿ ਤੁੱਕੇ ਵਾਲਾ ਆਪਸ਼ਨ ਨਹੀਂ ਆਂਦਾ ਤਾਂ ਲਾਈਨ ਦਾ ਮਤਲਬ ਵੀ ਤੁਹਾਨੂੰ ਸਮਝ ਆਉਣਾ ਚਾਹੀਦਾ ਹੈ, ਉਹਨੂੰ ਕੰਪਰੀਹੈਂਡ ਕਰਨਾ ਆਣਾ ਵੀ ਚਾਹੀਦਾ ਹੈ। ਡੈਸ਼ ਇਜ਼ ਐਨ ਐਕਸਕਲੂਸਿਵ ਵਿਊ ਆਫ ਦੀ ਸਲਾਈਡ ਇਨ ਦੀ ਥੰਬਨੇਲ ਫਾਰਮ, ਕਿ ਸਲਾਈਡ ਸ਼ਾਰਟਰ ਵਿਊ ਹੋਏਗਾ ਕਿ ਥੰਬਨੇਲ ਦੀ ਫਾਰਮ ਦੇ ਵਿੱਚ। ਜਿਵੇਂ ਸਾਡੀ ਵੀਡੀਓ ਤੁਹਾਡੇ ਕੋਲ ਆਏਗੀ ਤਾਂ ਉਹਦੇ ਉੱਪਰ ਥੰਬਨੇਲ ਲਿਖਿਆ ਹੋਊਗਾ ਕਿ ਜੀ ਕਿਹੜੇ ਐਗਜ਼ਾਮ ਵਾਸਤੇ ਹੈ, ਨਾਲ ਮੇਰੀ ਫੋਟੋ ਦੇ ਉੱਪਰ ਟੌਪਿਕ ਨਾਲ ਲਿਖਿਆ ਹੋਏਗਾ, ਠੀਕ ਹੈ, ਥੰਬਨੇਲ ਹੁੰਦਾ। ਉਵੇਂ ਦੇ ਵਿੱਚ ਪੁੱਛਿਆ ਗਿਆ ਕਿ ਸਲਾਈਡ ਸ਼ਾਰਟਰ ਵਿਊ ਹੈ। ਸਲਾਈਡ ਵਿਊ ਦਾ ਸ਼ਾਰਟਕਟ ਤਾਂ ਆਪਾਂ ਨੂੰ FI ਪਤਾ ਹੀ ਹੈ, ਪ੍ਰੈਜੈਂਟੇਸ਼ਨ ਹੈ, ਨੋਟ ਪੇਜ ਵਿਊ ਆ। ਕਿ ਉਹ ਜਿਹੜੀ ਆਪਸ਼ਨ ਹੁੰਦੀ ਹੈ ਜੀ, ਮੈਂ ਸਾਈਡ 'ਤੇ ਹੋ ਕੇ ਤੁਹਾਨੂੰ ਦੱਸਦਾ, ਇੱਥੇ ਆਪਸ਼ਨ ਹੁੰਦੀ ਹੈ ਜੋ ਵਾਲੀ ਛੋਟੀ ਆਪਸ਼ਨ, ਵਿੰਡੋ ਵਾਲੀ ਆਪਸ਼ਨ ਜਾਂ ਇਸ ਤਰੀਕੇ ਵਾਲੀ ਆਪਸ਼ਨ। ਤਾਂ ਇਹਦੇ ਵਿੱਚ ਜਿਹੜਾ ਆਪਣੇ ਕੋਲ ਸ਼ਾਰਟਰ ਵਿਊ ਹੈ ਉਹ ਇੱਕ ਆਪਸ਼ਨ ਹੁੰਦਾ ਹੈ। ਮੈਂ ਤੁਹਾਨੂੰ ਇਹ ਵਿੰਡੋ ਬੰਦ ਵੀ ਕਰਕੇ ਦਿਖਾ ਦਿੰਦਾ, ਬਟ ਆਪਾਂ ਨੂੰ ਕਲਾਸ ਦੇ ਅੰਦਰ ਨਹੀਂ ਦਿੱਕਤ ਆਣੀ ਚਾਹੀਦੀ। ਜੇ ਤੁਸੀਂ ਇਹਨੂੰ ਦੇਖੋ ਧਿਆਨ ਨਾਲ, ਜਿਹੜਾ ਆਪਾਂ ਇਹ ਦੇਖ ਰਹੇ ਹਾਂ, ਤੁਸੀਂ ਇਹ ਦੇਖੋ, ਇਹਦੇ ਵਿੱਚ ਆਪਸ਼ਨ ਤੁਹਾਨੂੰ ਨਜ਼ਰ ਆ ਰਹੀ ਹੈ ਥੱਲੇ, ਮੈਂ ਰਾਈਟ ਤੇ, ਕਿਉਂਕਿ ਇੱਥੇ ਹੁਣ ਲਿਖ ਨਹੀਂ ਪਾਵਾਂਗੇ, ਚਲੋ ਲਿਖ ਦਿੰਦੇ। ਆਹ ਵਾਲੀ ਜਿਹੜੀ ਆਪਸ਼ਨ ਹੈ ਜਿਹੜੀ ਇੱਥੇ ਲੱਗੀ ਹੋਈ ਹੈ, ਇਹ ਵਾਲੀ ਜਿਹੜੀ ਆਪਸ਼ਨ ਹੈ ਇਹ ਆਪਣੇ ਕੋਲ ਸਲਾਈਡ ਸ਼ਾਰਟਰ ਵਿਊ ਦੇ ਅੰਦਰ ਆਉਂਦੀ ਆ। ਦੇਖੋ ਥੰਬਨੇਲ ਦੇ ਆਪਸ਼ਨ ਦੇ ਵਿੱਚ ਇਹ ਆ ਗਈ, ਥੰਬਨੇਲ ਵਿਊ ਹੈ ਵਾਲਾ। ਤਾਂ ਆਹ ਵਾਲਾ ਵਿਊ ਉਹ ਸੀ ਜਿਹਦੇ ਵਿੱਚ ਆਪਾਂ ਆਪਦੇ ਸਾਰੇ ਸਵਾਲਾਂ ਦੇ ਜਵਾਬ ਦੇ ਰਹੇ ਹਾਂ ਤੇ ਆਪਾਂ ਤੁਹਾਡੇ ਨਾਲ ਗੱਲਬਾਤ ਇਹਦੇ ਵਿੱਚ ਕਰ ਰਹੇ ਹਾਂ, ਠੀਕ ਹੈ ਜੀ। ਆਪਾਂ ਇਹ ਹੁਣ ਕਿੱਥੇ ਆ ਗਏ ਜੀ, ਵਾਪਸ ਆ ਗਏ F5 ਤੇ ਆਪਾਂ ਕਲਿੱਕ ਕਰਤਾ ਕਿ ਸਾਨੂੰ ਜੀ ਸਲਾਈਡ ਦਾ ਵਿਊ ਚਾਹੀਦਾ, ਸਾਨੂੰ ਪਲੀਜ਼ ਵਿਊ ਤੇ ਲੈ ਕੇ ਆ ਜਾਓ। ਇੱਥੋਂ ਤੱਕ ਤੁਹਾਨੂੰ ਸਾਰਾ ਸਵਾਲ ਸਮਝ ਆ ਗਿਆ ਜੀ, ਵੈਰੀ ਗੁੱਡ। ਚਲੋ ਜੀ ਅੱਗੇ ਚੱਲਦੇ ਹਾਂ। ਸਹੀ ਗਲਤ ਤੁਸੀਂ ਉੱਥੇ ਨਾਲ ਲਿਖਦੇ ਰਹੀਓ। ਆ ਦੇਖੋ ਜੀ, ਫੁੱਲ ਫਾਰਮ ਆਫ HTML PSSB ਕਲਰਕ ਦਾ ਐਗਜ਼ਾਮ ਜਿਹੜਾ 2021 ਦੇ ਅੰਦਰ 2022 ਦੇ ਅੰਦਰ ਹੋਇਆ ਸੀ, ਉਹ ਸਵਾਲ ਹੈ, ਉਹਦਾ ਸਵਾਲ ਹੈ ਇਹ। ਕੁਛ ਸਵਾਲ ਪਹਿਲਾਂ ਵਾਲੇ ਪੇਪਰ ਦੇ ਸੀ ਕਿ ਹਾਈਪਰ ਟੈਕਸਟ ਮਾਰਕਅਪ ਲੈਂਗੁਏਜ ਹੈ, ਮਾਰਕਅਪ ਲਿੰਕ ਹੈ, ਮੇਕਅਪ ਲੈਂਗੁਏਜ ਹੈ ਜਾਂ ਮੈਨੇਜਮੈਂਟ ਲਿੰਕ ਹੈ। ਤਾਂ ਡੈਫੀਨੇਟਲੀ ਹਾਈਪਰ ਟੈਕਸਟ ਜਿਹੜੀ ਮਾਰਕਅਪ ਲੈਂਗੁਏਜ ਦੀ ਇਹ ਆਪਸ਼ਨ ਆਉਂਦੀ ਹੈ। ਮੈਂ ਫਿਰ ਬਾਰ-ਬਾਰ ਕਹਿ ਰਿਹਾ, ਐਬਰੀਵੇਸ਼ਨ ਆਪਾਂ ਕੋਈ ਨਹੀਂ ਛੱਡ ਕੇ ਜਾਣੇ, ਕੋਈ ਟੌਪਿਕ ਭੁੱਲ ਗਏ ਕੋਈ ਦਿੱਕਤ ਨਹੀਂ, ਐਬਰੀਵੇਸ਼ਨ ਕਰਦੇ ਹੀ ਰਹਿਣਾ। ਤੇ ਜਿਹੜੇ ਸਾਡੇ ਸੈਸ਼ਨ ਨੇ, ਛੋਟੇ ਸੈਸ਼ਨ ਨੇ 20-20 25-25 ਮਿੰਟ ਦੇ, ਉਹਦੇ ਅੰਦਰ ਆਪਾਂ ਸਵਾਲ ਡਿਸਕਸ ਕਰ ਰਹੇ ਹਾਂ, ਸਵਾਲ ਦੇ ਨਾਲ ਜਿਹੜੇ ਇੰਪੋਰਟੈਂਟ ਟੌਪਿਕ ਉਹ ਡਿਸਕਸ ਕਰ ਰਹੇ ਹਾਂ, ਤੇ ਜਿਹੜੇ ਟ੍ਰੈਂਡਿੰਗ ਟੌਪਿਕ ਨੇ ਆ ਜਿਨ੍ਹਾਂ ਵਿੱਚੋਂ ਸਵਾਲ ਪੁੱਛਿਆ ਜਾ ਸਕਦਾ ਉਹ ਆਪਾਂ ਡਿਸਕਸ ਕਰ ਰਹੇ ਹਾਂ। ਨਾਲ ਤੁਹਾਨੂੰ ਪ੍ਰੈਕਟੀਕੈਲਿਟੀ ਦੇ ਵਿੱਚ ਵੀ ਆਪਾਂ ਦੱਸ ਰਹੇ ਹਾਂ ਵੀ ਕਿਹੜੀ ਆਪਸ਼ਨ ਇੰਪੋਰਟੈਂਟ ਹੈ। ਟੂ ਜੁਆਇਨ ਦੀ ਇੰਟਰਨੈਟ, ਕਿ ਕਿਸੇ ਇੰਟਰਨੈਟ ਨੂੰ ਆਪਾਂ ਜੁਆਇਨ ਕਰਨਾ, ਕੰਪਿਊਟਰ ਨੂੰ ਕਾਹਦੇ ਨਾਲ ਕਨੈਕਟ ਕਰਨਾ ਪਊਗਾ, ਮਾਰਕੀਟ ਨਾਲ ਕਰਨਾ ਪਊ, ਸੁਸਾਇਟੀ ਨਾਲ, ਡਿਫਰੈਂਟ ਕੰਪਿਊਟਰ ਨਾਲ, ਜਾਂ ISP ਨਾਲ। ਹੁਣ ਤੁਸੀਂ ਕਹੋਗੇ ਸਰ ਸਾਡੇ ਕੋਲ ਏਅਰਟੈਲ ਹੈ ਜੀ, ਵੋਡਾਫੋਨ ਹੈ, ਜੀਓ ਹੈ, ਤਾਂ ਉਹ ਕਾਹਦਾ ਕੰਮ ਕਰਦੇ ਜੀ, ਇੰਟਰਨੈਟ ਸਰਵਿਸ ਪ੍ਰੋਵਾਈਡਰ ਦਾ ਕੰਮ ਕਰਦੇ ਹੈ। ISP ਆਪਾਂ ਜਿਹਨੂੰ ਕਹਿੰਦੇ ਆ ਇੰਟਰਨੈਟ ਸਰਵਿਸ ਪ੍ਰੋਵਾਈਡਰ, ISP ਇਹਦੀ ਫੁੱਲ ਫਾਰਮ
पेपर दे विच पूछी जा चुकी है, पर इस बार इन्होंने पूछा कंप्यूटर नूं किहदे नाल कनैक्ट करना है, इंटरनेट सर्विस प्रोवाइडर, जिथों आपां नूं नैट दी सर्विसिज मिलती है। नैक्सट क्वेश्चन जी, विच ऑफ द फॉलोइंग इज द स्मॉलेस्ट विजुअल एलीमेंट ऑफ द वीडियो मोनीटर। इन्हां दे विचों किहड़ा छोटा एलीमेंट है जिहड़ा वीडियो मोनीटर की गल करदा है। हुण देखो जी, जिहड़ा करैक्टर है इहदा भी शॉर्टकट है BBC FR FD, ठीक है जी। बिट बाइट करैक्टर फील्ड रिकॉर्ड फाइल डाटाबेस, इस तरीके नाल। उमें बिट वाली भी है BK, ये तुसीं मेरी पहलां वाली वीडियो दे विच देखिया होगा, BK MGT PG BG। सवाल भी इंपॉर्टेंट ने, सवाल की ऑप्शन उदों ज़्यादा इंपॉर्टेंट है कित्थों पूछा जा सकता है। आपां नूं इत्थे गल करिए जी विजुअल एलीमेंट की, ये तो दोवें चलो एक आ वाले पार्ट 'च आ गए, तो अपने कोल जिहड़ी ऑप्शन बनती है वो पिक्सल बनती है। हुण ये देखो कि जो भी अज तो लैके 2023 जुलाई तो बाद जिहड़ा जिन्ने भी पेपर होणगे, बाइट के रिगार्डिंग सवाल आ सकता है जी, ये इनफॉर्मेशन सही होनी चाहिए है। पिक्सल के रिगार्डिंग कि PPI की गल हो रही है जी, पिक्सल पर इंच की गल हो रही है, या फिर PPM की गल हो रही है जी, पेज पर मिनट की गल हो रही है, या CPM की करैक्टर्स पर मिनट की गल हो रही है जी। तो ठीक है जी, उदों पेजिज पर मिनट की भी गल नाल होगी, PPI की गल होगी, लास्ट होगी जी DPI, डॉट्स पर इंच की गल होगी, PPI की गल होगी, DPI। तो इस तरीके के छोटे छोटे शब्द, छोटे छोटे फुल फॉर्म ये तुहानूं पता होनियां चाहिए ने। फिर पिक्सल वाला पॉइंट हो गया, उमें बाइट वाला कि जी बाइट आ गई, किलो बाइट आ गई, मैगा बाइट आ गई, गीगा, टैरा, पैटा, एक्सा, जैटा, जोटा, ब्रोंटो, जॉब। हुण तुसीं कह दोगे सर GB की फुल फॉर्म तो सर एको ही पढ़ी है जी असीं, गीगा बाइट, बट पिछे भी एक G है, इनू जॉब बाइट भी कहते। उमें करैक्टर है कि करैक्टर की की रिकोगनीशन है। ये सारे शॉर्टकट आपां तुहानूं स्टैप बाय स्टैप करवावांगे, तो जिहड़ा इहदा ऑप्शन बनता है जी वो पिक्सल बनता है। दोबारा तो फिर जिन्ने भी यूज़र हुण जुड़े है जां इदों पहलां वाले कंटिन्यू ने, क्वेश्चन जिहड़ा हैगा, सवाल जिहड़ा हैगा बहुत इंपॉर्टेंट है, लेकिन इहदियां ऑप्शनां नूं आपां कहने खत्म करना, अंग्रेजी दे विच आपां कहने ओमिट आउट करना, कि इनू खत्म कर दिए सो दैट आपां नूं पेपर 'च पता होवे भी आही आंसर आएगा, होर कोई आंसर नहीं आएगा। क्लीयर है जी इत्थों तक। आह वाली मैं तुहाडे नाल गल कर रहा सी, ये टेबल का तुसीं स्क्रीनशॉट भी लै सकदे हो। जे तुसीं टेबल ये लिखिया होया हैगा तां बहुत वधिया है, लेकिन इहदा आपां शॉर्टकट अज आपां तुहानूं दस दिता है। शॉर्टकट की दस्सिया जी, इत्थों आपां शॉर्टकट बना लो BKMGT, जिहड़ा मैं तुहानूं हुणे लिख के दिता, BKMGT PEZY PG, इनू मैमोनिक्स कहते हैं जी, B ते G, BKMGT PG BG ये शॉर्टकट है। इनक्रीजिंग ऑर्डर दे विच भी सवाल पूछा जा सकता है, डिक्रीजिंग ऑर्डर दे विच भी सवाल पूछा जा सकता है। आपदे आप नूं करैक्ट कर लो, जे कोई इन्फॉर्मेशन तुहानूं नहीं समझ आई तो तुसीं मैनूं दस सकते हो कमेंट करके। नैक्सट सवाल जी, विच ऑफ द फॉलोइंग सॉफ्टवेयर, देखो मैं इहदा आंसर तुहानूं पहलां दस चुके हैं भी कित्थों आ सकदा, लेकिन हुण ध्यान आंसर देना। विच ऑफ द फॉलोइंग सॉफ्टवेयर, इन्हां विचों किहड़ा सॉफ्टवेयर है जिहड़ा एप्रोप्रिएट है कि आपां कोई डाटा कैलकुलेशन कर सकते हैं, कोई स्टैट्स का बना सकते हैं। हुण इत्थे तुहाडा ऑप्शन सही भी क्यों हो रहा होगा, कुछ बच्चे कहेंगे सर साडे तां सारे सवाल सही ने। बहुत वधिया गल है, तुहाडे सारे सवाल सही ने, क्योंकि इत्थे तुहाडे लई मैं क्वेश्चन रीड भी कर रहे हैं, तुसीं खुद भी स्क्रीन रीडिंग कर रहे हो, क्योंकि उत्थे आपां पेपर CBT के हिसाब नाल देना है, तो तुहाडी वो भी प्रैक्टिस हो रही है, नाल नाल चीज़ां कॉम्प्रीहेंड भी हो रही ने। उत्थे की होऊगा, उत्थे गलत क्यों हो जाता, एग्जाम प्रैशर भी हुंदा है, उस तो बाद फिर थोड़ा हड़बड़ाहट होंदी है, पैनिक हो जाता है, या आसे पासे चैकिंग चल रही होंदी है, जो इन्विजिलेटर होंदे है, थोड़ा नॉइज़ होंदी है साइकोलॉजिकल कि पेपर वधिया करके आना है, उस करके उत्थे आपां थोड़ा दबाव करके गलत कर जाते हैं। हुण आपां नूं पता प्रैजेंटेशन जिहड़ी आपां हुण चलाई हुई है तुहाडे सामने, वर्ड प्रोसैसर दे विच आपां डॉकूमेंट फॉर्मेट करते हैं, रीड आउट करते हैं, ग्राफिक दे अलग अलग होंदे, तो अपने कोल जिहड़ी ऑप्शन रह गई वो जो स्प्रैडशीट की ऑप्शन रह गई, क्योंकि गूगल का जिहड़ा सॉफ्टवेयर है Gmail ते वो किहड़ा सॉफ्टवेयर है जी, एक्सल दे लई काम करन लई शीट सॉफ्टवेयर है। प्रैजेंटेशन का सॉफ्टवेयर किहड़ा जी गूगल का, स्लाइड्स। वर्ड की थां की है जी, डॉक ये सॉफ्टवेयर ने। MS ऑफिस का आपको पता ही है, वर्ड है, प्रैजेंटेशन है, स्प्रैडशीट नूं आपां कह दिंदे आ जी MS एक्सल। तो अपने कोल जिहड़ा इहदा ऑप्शन बनती है वो स्प्रैडशीट की ऑप्शन बनती है जी। हाँ जी, नैक्सट क्वेश्चन जी, विच ऑफ द फॉलोइंग टर्म इज़ यूज्ड फॉर फिजिकल लॉजिक अरेंजमेंट ऑफ नैटवर्क, कि फिजिकली कनैक्ट करना है, जिमें आपां गल कर दिंदे हैं, ये सवाल इस बार पेपर दे विच पूछा गया,
पिछले महीने जिहड़ा पेपर होया सी PSSB क्लर्क का, ਉਹਦੇ ਵਿੱਚ ਮੈਸ਼ ਟੋਪੋਲੋਜੀ ਪੁੱਛਿਆ ਗਿਆ ਕਿ ਤੁਹਾਡੇ ਕੋਲ 6 ਡਿਵਾਈਸ ਨੇ ਜੀ, ਤੁਸੀਂ ਕਿਵੇਂ ਕਨੈਕਟ ਕਰੋਗੇ। ਆਨਸਰ ਟੋਪੋਲੋਜੀ ਹੈ ਜੀ। ਤਾਂ ਇਹਦਾ ਫਾਰਮੂਲਾ ਹੁੰਦਾ ਜੀ n × n - 1/2। 6 ਡਿਵਾਈਸ ਸੀ ਜੀ, 6 ਨੂੰ ਜੋੜਨਾ ਸੀ, 6 - 1/2, 5 ਆ ਗਿਆ ਜੀ, 2 × 6। ਤਾਂ ਆਪਾਂ ਨੂੰ 15 ਤਾਰਾਂ ਚਾਹੀਦੀਆਂ ਹੋਣਗੀਆਂ, 15 ਵਾਇਰ ਚਾਹੀਦੀਆਂ ਹੋਣਗੀਆਂ ਜੇ ਆਪਾਂ 6 ਡਿਵਾਈਸ ਜੋੜਨੇ ਆ। ਉਹ ਸਾਰਾ ਜੁੜੂਗਾ ਮੈਸ਼ ਦੇ ਵਿੱਚ। ਮੈਸ਼ ਦਾ ਮਤਲਬ ਇੱਕ ਗੁੰਝਲਦਾਰ ਗੁੱਛਾ ਕਹਿ ਲਓ ਕਿ ਆਪਾਂ ਨੇ ਸਾਰਿਆਂ ਨੂੰ ਜੋੜਨਾ। ਹੁਣ ਜੀ ਆਪਣੇ ਕੋਲ ਕਿੰਨੇ ਆ ਜੀ, ਇੱਥੇ 4 ਹੈ, 1 2 3 4। ਫਾਰਮੂਲੇ ਦੇ ਵਿੱਚ ਪੁੱਟ ਕਰ ਲਓ, 4 - 1 / 2, 2 2 = 4, 4 - 1 ਜੀ 3, 3 2 = 6। ਹੁਣ ਤੁਹਾਡੇ ਸਾਹਮਣੇ ਜੇ ਤੁਸੀਂ ਕਲਰ ਕੋਡਿੰਗ ਪ੍ਰੋਪਰਲੀ ਜਾਣਦੇ ਹੋ ਤਾਂ ਤੁਸੀਂ ਇੱਥੇ ਖੁਦ ਦੇਖ ਸਕਦੇ ਹੋ ਆਪਾਂ ਨੂੰ ਕਿੰਨੀਆਂ ਵਾਇਰਾਂ ਦੀ ਜ਼ਰੂਰਤ ਪਈ। 1 ਜੀ, 2 ਜੀ, 3 ਜੀ, 4 ਜੀ, 5 ਜੀ, 6 ਜੀ। ਫਾਰਮੂਲੇ ਦੇ ਵਿੱਚ ਵੀ ਕੀ ਆਇਆ ਜੀ 6। ਇਸ ਤਰੀਕੇ ਦਾ ਸਵਾਲ ਜਿਹੜਾ PSSB ਕਲਰਕ ਦਾ ਪੇਪਰ 2023 ਦੇ ਅੰਦਰ ਹੋਇਆ ਸੀ ਉਹਦੇ ਵਿੱਚ ਇਹ ਪੁੱਛਿਆ ਗਿਆ। ਐਕਸਾਈਜ਼ ਦੇ ਵਿੱਚ ਵੀ ਇਸ ਤਰੀਕੇ ਨਾਲ ਪੁੱਛਿਆ ਗਿਆ ਕਿ ਕਿਵੇਂ ਅਰੇਂਜ ਆਪਾਂ ਕਰ ਸਕਦੇ ਹਾਂ। ਤਾਂ ਇਸ ਨੈਟਵਰਕ ਨੂੰ ਜਿਹਨੂੰ ਆਪਾਂ ਕਹਿ ਦਿੰਦੇ ਆ ਕਿ ਰਿੰਗ ਦੇ ਵਿੱਚ ਆ ਗਿਆ ਜੀ, ਮੈਸ਼ ਦੇ ਵਿੱਚ ਆ ਗਿਆ ਜੀ, ਵੀਲ ਦੇ ਵਿੱਚ ਆ ਗਿਆ ਜੀ, ਹਾਈਬ੍ਰਿਡ ਆ ਗਿਆ, ਤਾਂ ਉਹਨੂੰ ਆਪਾਂ ਟੋਪੋਲੋਜੀ ਦਾ ਨਾਂ ਦਿੰਦੇ ਆ। ਫਿਜ਼ੀਕਲ ਅਰੇਂਜਮੈਂਟ ਆਫ ਡਿਵਾਈਸਿਸ ਨੂੰ ਜੀ ਟੋਪੋਲੋਜੀ ਕਹਿੰਦੇ ਆ। ਜਿਵੇਂ ਇੱਥੇ ਆਪਾਂ ਤੁਹਾਨੂੰ ਸਵਾਲ ਦੱਸ ਰਹੇ ਹਾਂ, ਸਵਾਲ ਦਾ ਆਨਸਰ ਦੱਸ ਰਹੇ ਹਾਂ, ਨਾਲ ਨਾਲ ਸਮਝਾ ਰਹੇ ਹਾਂ। ਤੁਸੀਂ ਇਹ ਸਮਝੋ ਤੁਹਾਡੀ ਰਿਵੀਜ਼ਨ ਵੀ ਹੋ ਰਹੀ ਹੈ ਜਿਨ੍ਹਾਂ ਨੇ ਪਹਿਲਾਂ ਕੀਤੀ ਹੈ, ਨਾਲ ਨਾਲ ਤੁਹਾਨੂੰ ਸ਼ਬਦਾਵਲੀ ਵੀ ਕਲੀਅਰ ਹੋ ਰਹੀ ਹੈ। ਕੁਝ ਗਲਤ ਹੋ ਰਿਹਾ ਤਾਂ ਤੁਸੀਂ ਉਹ ਚੀਜ਼ ਨੂੰ ਕਰੈਕਟ ਕਰ ਲਓ। ਸਪੀਡ ਆਫ ਕੰਪਿਊਟਰ, ਕੰਪਿਊਟਰ ਦੀ ਜਿਹੜੀ ਸਪੀਡ ਹੈ ਉਹ ਕਾਹਦੇ ਵਿੱਚ ਮੈਜ਼ਰ ਕੀਤੀ ਜਾਂਦੀ ਹੈ। ਹੁਣ ਯੂਨਿਟ ਉਸੇ ਤਰੀਕੇ ਨਾਲ ਆ ਗਏ, B K M G T, ਉਸ ਤਰੀਕੇ ਦੇ ਤੁਹਾਨੂੰ ਚੀਜ਼ਾਂ ਨਜ਼ਰ ਆ ਰਹੀਆਂ। ਹੁਣ ਆਪਾਂ ਨੂੰ ਆਪਣੇ ਆਪ ਹੀ ਅੰਡਰਸਟੂਡ ਹੈ ਕਿ ਇਹ ਪੁੱਛਿਆ ਕਾਹਦੇ ਵਿੱਚ ਜਾ ਰਿਹਾ ਆਪਾਂ ਨੂੰ। ਇਹਨਾਂ ਨੇ ਇਨਕਰੀਜ਼ਿੰਗ ਜਾਂ ਡਿਕਰੀਜ਼ਿੰਗ ਨਹੀਂ ਲਿਖਿਆ, ਸਪੀਡ ਆਪਾਂ ਨੂੰ ਪੁੱਛੀ ਜਾ ਰਹੀ ਹੈ। ਆਪਣਾ ਜਿਹੜਾ ਹੈਗਾ ਕੰਪਿਊਟਰ ਦੀ ਜਿਹੜੀ ਸਪੀਡ ਹੈ ਉਹ ਮੈਜ਼ਰ ਕੀਤੀ ਜਾਂਦੀ ਹੈ ਜੀ ਗੀਗਾਹਰਟ ਦੇ ਵਿੱਚ ਮੈਜ਼ਰ ਕੀਤੀ ਜਾਂਦੀ। ਬਟ ਮੈਂ ਤੁਹਾਡੇ ਲਈ ਇੱਕ ਐਕਸਟਰਾ ਵਰਡ ਲਿਖਿਆ ਹੈ, ਇਹ ਜਿਹੜੀ ਸਪੀਡ ਹੈ ਜਾਂ ਯੂਨਿਟ ਹੈ, ਆਹ ਯੂਨਿਟ ਕਾਹਦਾ ਹੈ ਜੀ, ਕੰਪਿਊਟਰ ਦਾ। ਇਹ ਜਿਹੜਾ ਯੂਨਿਟ ਹੈ ਕਾਹਦਾ ਜੀ, ਕੰਪਿਊਟਰ ਦਾ। ਇਹ ਪੈਟਾ ਫਲੋਟਿੰਗ ਪੁਆਇੰਟ ਆਪਰੇਸ਼ਨ ਪਰ ਸੈਕਿੰਡ ਜਿਹੜੀ ਸਪੀਡ ਹੈ ਇਹ ਸੁਪਰ ਕੰਪਿਊਟਰ ਦੀ ਹੈ ਜੀ। ਸੁਪਰ ਕੰਪਿਊਟਰ ਦਾ ਨਾਮ ਤੋਂ ਤਾਂ ਅੱਜ ਤੱਕ ਨਹੀਂ ਪੁੱਛਿਆ ਗਿਆ ਸਵਾਲ, ਬਹੁਤ ਰੇਅਰ ਪੁੱਛਿਆ ਗਿਆ, ਪਰ ਪੀ ਫਲॉप ਦੇ ਰਿਗਾਰਡਿੰਗ ਪੁੱਛਿਆ ਗਿਆ। ਇਹ ਯੂਨਿਟ ਹੁੰਦਾ ਸੁਪਰ ਕੰਪਿਊਟਰ ਦੀ ਸਪੀਡ ਮੈਜ਼ਰ ਕਰਨ ਦਾ। ਜਿਹੜਾ ਪਹਿਲੇ ਨੰਬਰ ਤੇ ਸੁਪਰ ਕੰਪਿਊਟਰ ਹੈ ਜੀ ਉਹ ਕੀ ਹੈ ਜੀ, ਫਰੰਟੀਅਰ ਹੈ ਜੀ। ਉਸ ਤੋਂ ਪਹਿਲਾਂ ਜਾਪਾਨ ਦਾ ਸੀਗਾ ਜੀ, ਫੂਗਾਕੂ ਸੀਗਾ ਜੀ, ਜਾਪਾਨ ਦਾ ਸੀ ਜੀ। ਸਨਵੇ ਤਾਯੂ ਸੀਗਾ ਜੀ, ਐਂਡ ਸਨਵੇ ਤਾਈਨੇ, ਇਹ ਚਾਈਨਾ ਦੇ ਸੀਗੇ ਜੀ। ਇੱਦਾਂ ਸਿਆਰਾ ਵੀ ਸੀਗਾ ਜੀ ਕੰਪਿਊਟਰ ਦਾ ਨਾਮ। ਤੁਹਾਨੂੰ ਸ਼ਬਦ ਆਣੇ ਚਾਹੀਦੇ ਜੀ, ਸਲਾਈਡ ਤੁਹਾਨੂੰ ਮਿਲ ਜੇਗੀ PDF। ਪਰਲਮਟਰ ਵੀ ਸੀਗਾ। ਬਟ ਹੁਣ ਆਪਾਂ ਜੇ ਆਪਾਂ ਭਾਰਤ ਦੇਸ਼ ਦੀ ਗੱਲ ਕਰੀਏ 75 ਨੰਬਰ ਤੇ ਆਂਦਾ ਹੈ ਜੀ ਆਪਣਾ ਜਿਹੜਾ ਸੁਪਰ ਕੰਪਿਊਟਰ ਬਣਾਇਆ ਹੈ ਸੀਡੈਕ ਨੇ, ਐਰਾਵਤ ਬਣਾਇਆ ਜੀ। ਜਿਵੇਂ ਇੰਦਰਦੇਵ ਕੋਲ ਜਿਹੜਾ ਵਾਹਨ ਸੀ ਉਹਨੂੰ ਐਰਾਵਤ ਕਹਿੰਦੇ ਸੀ, ਤਾਂ ਇੰਡੀਆ ਦਾ ਜਿਹੜੇ ਫਾਸਟੈਸਟ ਸੁਪਰ ਕੰਪਿਊਟਰ ਦਾ ਨਾਮ ਹੈ ਜੀ ਐਰਾਵਤ ਹੈ। ਕਈ ਬੱਚੇ ਕੀ ਕਹਿ ਦਿੰਦੇ ਆ ਜੀ ਪਰਮ ਹੈ। ਪਰਮ ਤਾਂ ਜੀ ਸੀਰੀਜ਼ ਦਾ ਨਾਮ ਹੈ। ਜਿਹੜਾ ਪਰਮ ਹੈ ਕਾਪੀ ਤੇ ਲਿਖੀ ਚੱਲੋ, ਪਰਮ ਤਾਂ ਸੀਰੀਜ਼ ਦਾ ਨਾਮ ਹੈ ਜੀ, ਜਿਹਦਾ ਫੁੱਲ ਫਾਰਮ ਹੈ ਪੈਰਲਲ ਮਸ਼ੀਨਸ। ਪੈਰਲਲ ਮਸ਼ੀਨਸ ਇਹਦਾ ਪਰਮ ਸ਼ਿਵਾਏ ਵੀ ਹੈ ਜੀ, ਪਰਮ ਸ਼ਾਵਕ ਵੀ ਹੈ ਜੀ, ਪਰਮ ਉਤਕਰਸ਼ ਵੀ ਹੈ ਜੀ, ਪਰਮ ਗੰਗਾ ਵੀ ਹੈ ਜੀ, ਪਰਮ ਯੁਵਾ 2 ਵੀ ਹੈ ਜੀ। ਪਰਮ ਤਾਂ ਇੱਕ ਸੀਰੀਜ਼ ਆ। ਉਹ ਤੋਂ ਬਾਅਦ ਬਹੁਤ ਸਾਰੇ ਕੰਪਿਊਟਰ ਅਲੱਗ-ਅਲੱਗ ਤਰੀਕੇ ਨਾਲ ਬਣੇ। ਪਹਿਲਾ ਇੰਡੀਆ ਦਾ ਕੰਪਿਊਟਰ ਜਿਹੜਾ ਸੀਗਾ ਜੀ ਉਹ ਸੀਗਾ ਸਿਧਾਰਥ। ਸਿਧਾਰਥ ਸੀਗਾ ਜੀ ਪਹਿਲਾ ਕੰਪਿਊਟਰ। ਤਾਂ ਉਹ ਤੁਸੀਂ ਨਾਮ ਲਿਖ ਸਕਦੇ ਆ। ਨਾਲ ਨਾਲ ਮੈਂ ਤੁਹਾਨੂੰ ਇੱਕ ਇੱਕ ਸ਼ਬਦਾਵਲੀ ਰਿਪੀਟ ਕਰਕੇ ਦੱਸੀ, ਬੋਲ ਕੇ ਦੱਸਿਆ। ਪੀ ਫਲॉप ਜਿਹੜਾ ਯੂਨਿਟ ਸੀ ਉਹ ਸੁਪਰ ਕੰਪਿਊਟਰ ਦਾ ਸੀਗਾ ਜੀ। ਫਾਸਟੈਸਟ ਸੁਪਰ ਕੰਪਿਊਟਰ ਫਰੰਟੀਅਰ ਹੈ ਜੀ, ਜਿਹੜਾ USA ਨੇ ਬਣਾਇਆ, ਜਿਹਨੇ ਰਿਪਲੇਸ ਕਿਹਨੂੰ ਕੀਤਾ ਜੀ, ਫੂਗਾਕੂ ਨੂੰ। ਫੂਗਾਕੂ ਜਾਪਾਨ ਦਾ ਸੀ। ਉਸ ਤੋਂ ਪਹਿਲਾਂ ਸਨਵੇ ਤਾਯੂ, ਸਨਵੇ ਤਾਈਨੇ, ਇਹ ਚਾਈਨਾ ਦੇ ਸੀ। ਇਹ ਅਲੱਗ-ਅਲੱਗ ਕੰਪਨੀਆਂ ਦੇ ਸਿਆਰਾ, ਪਰਲਮਟਰ, ਜਾਂ ਇੱਕ IBM ਕੰਪਨੀ ਨੇ ਵੀ ਬਣਾਇਆ ਸੀਗਾ ਜੀ, ਇਹ ਵੀ USA ਦਾ ਹੀ ਹੈ। ਸੁਮਿਤ ਕਹਿ ਦਿੰਦੇ ਆ, SUMMIT। ਆਪਣੇ ਇੰਡੀਆ ਦੀ ਜਿਹੜੀ ਸੀਰੀਜ਼ ਹੈ ਉਹ ਪਰਮ ਹੈ ਜੀ। 75 ਨੰਬਰ ਰੈਂਕ ਤੇ ਹੈ ਜੀ। ਐਰਾਵਤ ਹੈ ਜੀ ਜਿਹੜਾ ਰੀਸੈਂਟਲੀ ਜਿਹਨੇ ਰੈਂਕਿੰਗ ਦਿੱਤੀ ਹੈ ਸੁਪਰ ਕੰਪਿਊਟਰ ਨੇ, 75 ਨੰਬਰ ਦਾ ਰੈਂਕ ਹੈ ਜੀ। ਠੀਕ ਹੈ ਜੀ, ਇਹ ਇਨਫੋਰਮੇਸ਼ਨ ਤੁਹਾਨੂੰ ਸਾਰੀ ਐਕਸਟਰਾ ਦੇ ਵਿੱਚ ਆ ਚੁੱਕੀ ਹੈ। ਨੈਕਸਟ ਆਪਾਂ ਇਨਫੋਰਮੇਸ਼ਨ ਦੇਖਦੇ ਹਾਂ ਜੀ। ਲਾਸਟ ਸਵਾਲ ਜੀ ਅੱਜ ਦੀ ਕਲਾਸ ਦਾ, ਇਹਨਾਂ ਦੇ ਵਿੱਚੋਂ ਕਿਹੜਾ ਪ੍ਰਿੰਟਡ ਆਊਟਪੁੱਟ ਆਪਣੇ ਕੋਲ ਆਂਦੀ ਹੈ। ਜਿਵੇਂ ਆਪਾਂ ਨੋਰਮਲੀ ਗੱਲ ਕਰ ਦਿੰਦੇ ਹਾਂ ਕਿ ਭਾਈ ਮੈਨੂੰ ਕਾਪੀ ਭੇਜ ਦੀ, ਮੈਨੂੰ ਸੌਫਟ ਕਾਪੀ ਭੇਜ ਦੀ, ਮੈਨੂੰ ਮੇਲ ਕਰ ਦੇ, ਉਹਨੂੰ ਆਪਾਂ ਕਹਿੰਦੇ ਆ ਸੌਫਟ ਕਾਪੀ ਜੀ, ਉਹਨੂੰ ਆਪਾਂ ਸੌਫਟ ਕਾਪੀ ਕਹਿੰਦੇ ਆ। ਲੇਕਿਨ ਇਹਨਾਂ ਨੇ ਪ੍ਰਿੰਟਡ ਆਊਟਪੁੱਟ ਦੀ ਗੱਲ ਕੀਤੀ ਹੈ ਤਾਂ ਆਪਾਂ ਉਹਨੂੰ ਕੀ ਕਹਿੰਦੇ ਆ ਜੀ, ਹਾਰਡ ਕਾਪੀ ਦੀ ਸ਼ੇਪ ਦੇ ਵਿੱਚ ਕਹਿ ਦਿੰਦੇ ਆ।
बस आपां ने ये शब्दावली समझनी सी। आपां ने नहीं कि पेपर है या कोई डुप्लीकेट कॉपी, सॉफ्ट कॉपी जिहड़ी आपां नूं मेल दे विच आ जांदी है, फोन के अंदर सेंड कर दिंदे आ। ये अपने कोल कि जिहड़ी अपने कोल पेज के उपर प्रिंट होकर आती है उन्होंने आपां हार्ड कॉपी कहने। यह सी जी अज दा सैशन जिहदे विच आपां इंपॉर्टेंट क्वेश्चन प्लस प्रीवियस ईयर क्वेश्चन डिस्कस किए, नाल आपां कुछ कंसैप्ट नूं भी सही किया, चाहे वो टॉपोलॉजी वाला कंसैप्ट सी, चाहे वो सुपर कंप्यूटर वाला सी, चाहे वो इंटरनेट प्रोटोकॉल वाला सीगा, कोई भी कंसैप्ट सी आपां 3-4 कंसैप्ट इनू स्टडी किए। उस तो बाद तुहाडे लई जिवें आह स्लाइड दे विच जिहड़ा टेबल है इस तरीके नाल तुसीं इहनूं याद करना है। ये पिछली क्लास दे विच भी मैं तुहानूं समझाया सी कि ये चीज़ां तुहाडे लई महत्वपूर्ण ने। जिवें कि पैरीफल डिवाइसिस का जिहड़ा सवाल जिवें हुण अपने कोल पुछिआ गया प्रिंटर के रिगार्डिंग, ये सवाल हमेशा अपना जिहड़ा 50 डिपार्टमेंट है वो जरूर आपां नूं पुछदा है। क्लास किवें दी लगी ये जरूर तुसीं दसना है। नाल किहड़े-किहड़े सवाल तुहानूं आंदे सीगे वो भी तुसीं दस सकदे हो कि सर ये वधिया तरीके नाल साडे ठीक हो चुके ने, ते जिहड़ा पॉइंट्स नूं नहीं समझ आया वो भी तुसीं कमेंट करके दसना है। तो आपां नैक्सट सैशन दे विच जुड़ांगे, जिहड़ा अपना टॉपिक होएगा जी नंबर सिस्टम होएगा, क्योंकि नंबर सिस्टम जिवें पिछले साल पटवारी का पेपर होया सी, नंबर सिस्टम जिहड़ा टॉपिक सी काफ़ी इंपॉर्टेंट सी। 3 तो लैके 4 सवाल उहदे विच पूछे गए, वो भी आपां 2 सैशन के अंदर करांगे। तो नैक्सट सैशन दे विच आपां मिलते हैं जी। गल याद रखियो, जो भी अज दा आपां टॉपिक पढ़िया इंपॉर्टेंट तुसीं दसना किहड़ा-किहड़ा समझ आ गया जी। उस तो बाद ये दसना कि किहड़ा टॉपिक तुहानूं वीक लगदा, अपने तौर पर उस तरह की वीडियो आपां तुहाडे नाल लैके आवांगे। थैंक यू सो वेरी मच। डू पॉजिटिव स्टडी। गॉड ब्लैस यू ऑल डियर स्टूडेंट्स। थैंक यू।